ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ਾਮ ਅਜੀਜ਼ੁਲ ਨਵਾਜ਼ ਗਨੀਮੁਲ ਖਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ। ਗੁਰੂ ਮਿਹਰ ਸਦਕਾ ਸੋਦਰ ਚੌਂਕੀ ਦੇ ਕੀਰਤਨ, ਹਰ ਕੀਰਤ ਹਮਰੀ ਰਹਿ ਰਾਸ, ਆਰਤੀ ਅਰਦਾਸ ਤੇ ਫਿਰ ਸਦਾਏ ਖਾਸ ਗੁਰੂਦੇਵ ਜੀ ਦੇ ਹੁਕਮਨਾਮੇ ਆਪ ਨੇ ਝੋਲੀ 'ਚ ਪਵਾਏ ਹਨ। ਕੁਝ ਸਮਾਂ ਹੋਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੇਰੀਆਂ ਪੀਰੀਆਂ ਦੇ ਦਾਤੇ ਸਤਿਗੁਰੂ ਛੇਵੇਂ ਗੁਰੂ ਨਾਨਕ ਸਾਹਿਬ ਜੀ ਦੀਆਂ ਅੰਮ੍ਰਿਤ ਜੀਵਨ ਗਾਥਾਵਾਂ, ਪਾਵਨ ਜੀਵਨ ਕਥੜੀਆਂ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ, ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਆ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੋੜਾ ਜਿਹਾ ਰੁਮਾਲ ਰੱਖ ਲਓ ਮਹਾਂਪੁਰਸ਼ੋ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਕਾਲੇ ਖਾਂ, ਕੁਤਬ ਖਾਂ, ਅਨਵਰ ਖੋਜਾ, ਪੈਂਦੇ ਖਾਨ ਇਤਿਆਦਿਕ ਕੋਈ ਲੱਖ ਦੇ ਕਰੀਬ ਸੈਨਾ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਹਮਲਾਵਰ ਹੋਏ ਔਰ ਗੁਰੂਦੇਵ ਜੀ ਦੇ ਸੂਰਮਿਆਂ ਨਾਲ ਜੰਗ ਕਰਦਿਆਂ ਕਰਦਿਆਂ ਬਹੁਤ ਸਾਰੇ ਸਦਾ ਦੀ ਨੀਂਦ ਸੌ ਗਏ ਤੇ ਮੈਦਾਨ ਦੀ ਖਾਕ ਵਿੱਚ ਖਾਕ ਹੋ ਗਏ। ਖਾਕ ਨੂਰ ਕਰਦਨ ਆਲਮ ਦੁਨੀਆਏ, ਰੂਹ ਪਰਮਾਤਮਾ ਵਿੱਚ ਚਲੀ ਗਈ ਤੇ ਤਨ ਖਾਕ ਵਿੱਚ ਖਾਕ ਹੋ ਗਿਆ। ਇਸ ਤਰ੍ਹਾਂ ਪੰਡਤ ਚਲਤ ਕੁਛ ਸ਼ਰਮਤ ਪਏ, ਬਹੁਰੋ ਜੰਗ ਵਿਸ਼ਾਲ। ਕੁਝ ਤਾਂ ਇਹ ਰਸਤੇ ਵਿੱਚ ਚਲਦਿਆਂ ਚਲਦਿਆਂ ਵੀ ਇਹਨਾਂ ਦੇ ਘੋੜੇ ਤੇ ਆਪ ਵੀ ਥੱਕ ਚੁੱਕੇ ਸਨ ਤੇ ਫਿਰ ਅੱਗੇ ਜੰਗ ਵੀ ਇਹਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਪੈ ਗਿਆ। ਜੰਗ ਵੀ ਉਹਨਾਂ ਨਾਲ ਇਹਨਾਂ ਨੂੰ ਲੜਨਾ ਪਿਆ ਤੇ ਜੰਗ ਵੀ ਬਹੁਤ ਵਿਸ਼ਾਲ ਵੱਡਾ ਜੰਗ, ਬਹੁਰੋ ਜੰਗ ਵਿਸ਼ਾਲ, ਪੁਨ ਸਤਿਗੁਰ ਸਮਰੱਥ ਵੱਡ।
ਤੇ ਫਿਰ ਅੱਗੇ ਸਰਬ ਗੁਣਵਾਨ, ਸਰਬ ਸ਼ਕਤੀਮਾਨ, ਸਰਬ ਗੁਣ ਸੰਪੰਨ, ਸਰਬ ਸਮਰੱਥ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਸ਼ ਕੀਨ ਰਿਪ ਜਾਲ, ਬੜੇ ਇਹਨਾਂ ਤੁਰਕ ਦੁਸ਼ਮਣਾਂ ਦਾ ਨਾਸ਼ ਕਰ ਦਿੱਤਾ। ਅੱਜ ਤੱਕ ਦਾ ਇਤਿਹਾਸ ਹੈ, ਵੱਡਿਆਂ ਵੱਡਿਆਂ ਰਾਜਿਆਂ ਮਹਾਰਾਜਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। 18 ਜੰਗਾਂ ਸ੍ਰੀ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੀਆਂ ਸਾਡੇ ਇਤਿਹਾਸ ਵਿੱਚ ਮੌਜੂਦ ਨੇ। ਉਹਨਾਂ 18 ਹੀ ਜੰਗਾਂ ਵਿੱਚ ਕਿਧਰੇ ਵੀ ਹਾਰਦੇ ਹੋਏ ਦਿਖਾਈ ਨਹੀਂ ਪਏ। ਹਰ ਜਗ੍ਹਾ ਜਿੱਤ ਹਾਸਲ ਹੋਈ ਹੈ, ਭਾਵੇਂ 10 ਲੱਖ ਦੀ ਸੈਨਾ ਹੈ, ਭਾਵੇਂ 1 ਲੱਖ ਦੀ ਸੈਨਾ ਹੈ, ਔਰ ਭਾਵੇਂ ਕਿਤਨੀ ਵੱਡੀ ਗਿਣਤੀ ਸੈਨਾ ਦੀ ਹਮਲਾਵਰ ਹੋ ਕੇ ਆਈ। ਇਸ ਢੰਗ ਦੇ ਨਾਲ ਪਰੈ ਬੰਦ ਦਲ ਦੋ ਛੁਟੈ ਤੁਰੰਗ ਸੁਬੀਰ, ਬਹੁਤ ਵੱਡਾ ਜੰਗ ਪਿਆ ਹੋਇਆ, ਜੰਗ ਮੱਚਿਆ ਹੋਇਆ ਹੈ, ਔਰ ਬਹੁਤ ਸਾਰੀਆਂ ਬੰਦੂਕਾਂ ਚੱਲ ਰਹੀਆਂ ਨੇ, ਤੀਰ ਚੱਲ ਰਹੇ ਨੇ। ਜੋਧਾ ਵਧੇ ਪ੍ਰਹਾਰ ਕਰ, ਪੁੰਨ ਨਿਜ ਥਿਰ ਹੋਵੇ ਤੀਰ। ਆਪਣੇ ਆਪਣੇ ਜਥਿਆਂ 'ਚੋਂ ਯੋਧੇ ਸੂਰਮੇ ਅੱਗੇ ਜਾਂਦੇ ਨੇ ਤੇ ਫਿਰ ਵਾਰ ਕਰਕੇ, ਹਮਲਾ ਕਰਕੇ, ਫਿਰ ਆਪਣੇ ਟਿਕਾਣੇ 'ਤੇ ਆ ਕੇ ਖਲੋਂਦੇ। ਇਸ ਤਰ੍ਹਾਂ ਤੀਰ ਤੀਰ ਗੋਲੀਆਂ, ਨੇਜਿਆਂ, ਭਾਲਿਆਂ ਦਾ ਆਦਾਨ ਪ੍ਰਦਾਨ ਚੱਲ ਰਿਹਾ ਹੈ। ਅਗਲੀ ਕਥਾ ਸਰਵਣ ਕਰੀਏ। ਪੇਸ਼ਤਰ ਜਿਤਨੇ ਮਹਾਰਾਜ ਜੀ ਦੀ ਹਾਜ਼ਰੀ ਭਰ ਰਹੇ ਹੋ, ਸਤਿਗੁਰੂ ਜੀ ਦੇ ਚਰਨ ਕਮਲਾਂ 'ਤੇ ਨਮਸਕਾਰ ਕਰਦੇ ਹੋਏ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਪੂਰੇ ਬਲ ਨਾਲ ਗੱਜ ਕੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰੇ ਬੰਦ ਦਲ ਦੋ ਖਦੇ, ਛੂਟੈ ਤੁਫੰਗਰੂ ਤੀਰ। ਦੋਵੇਂ ਦਲ ਆਪਣੇ ਆਪਣੇ ਟੋਲੇ ਬਣਾ ਕੇ ਆਪਣੇ ਆਪਣੇ ਦਲਾਂ ਵਿੱਚ ਉਧਰੋਂ ਉਧਰੀ ਤੀਰ ਤੇ ਬੰਦੂਕਾਂ ਦਾ ਆਦਾਨ ਪ੍ਰਦਾਨ, ਗੋਲੀਆਂ ਦਾ ਹੋ ਰਿਹਾ ਹੈ। ਜੋਧਾ ਵਧੈ ਪ੍ਰਹਾਰ ਕਰ, ਪੁਨ ਨਿਜ ਥਿਰ ਹੋਇ ਤੀਰ। ਯੋਧੇ ਦੋਹਾਂ ਪਾਸਿਆਂ ਤੋਂ ਅੱਗੇ ਆਉਂਦੇ ਨੇ, ਫਿਰ ਘਮਸਾਣ ਦਾ ਜੰਗ ਚੱਲਦਾ ਹੈ ਤੇ ਫਿਰ ਵਾਪਸ ਆਪਣੇ ਆਪਣੇ ਦਲਾਂ ਵੱਲ ਆ ਜਾਂਦੇ ਹਨ। ਫਿਰ ਦੂਜੇ ਸੂਰਮੇ ਜਾਂਦੇ। ਜਿਵੇਂ ਕੋਈ ਖੇਲ ਹੋ ਰਿਹਾ ਹੋਵੇ ਨਾ, ਬਈ ਇੱਧਰੋਂ ਕੌਡੀ ਪਾਉਣ ਵਾਲਾ ਆਏਗਾ, ਫਿਰ ਉੱਧਰ ਜਾਏਗਾ ਤੇ ਫਿਰ ਹੱਥ ਲਾ ਕੇ ਫਿਰ ਆਪਣੇ ਪੱਖ ਵੱਲ ਆ ਜਾਏਗਾ, ਆਪਣੀ ਟੀਮ ਵੱਲ ਆ ਜਾਏਗਾ। ਪਰ ਗੁਰੂ ਸਾਹਿਬ ਜੀ ਦੇ ਸੂਰਮੇ ਤਾਂ ਆਪਣੇ ਸੂਰਮਿਆਂ ਵੱਲ ਆ ਜਾਂਦੇ ਨੇ, ਪਰ ਕਾਲੇ ਖਾਨ ਦੇ ਸੂਰਬੀਰ ਉੱਥੇ ਹੀ ਜੰਗ ਵਿੱਚ ਹੀ ਵਿਸ ਜਾਂਦੇ ਹਨ। ਪਾਧੜੀ ਛੰਦ ਤਬ ਕੁਤਬ ਖਾਨ ਪਹੁੰਚੇ ਤੁਰੰਗ। ਇਸ ਤਰ੍ਹਾਂ ਫਿਰ ਕੁਤਬ ਖਾਨ ਨਾਮ ਦਾ ਜਰਨੈਲ, ਜੋ ਕਾਲੇ ਖਾਨ ਦਾ ਬੜਾ ਨਜ਼ਦੀਕੀ ਹੈ, ਉਸਨੇ ਆਪਣੇ ਘੋੜੇ ਨੂੰ ਪ੍ਰੇਰਿਆ ਹੈ। ਪ੍ਰੇਰਿਓ ਤੁਰੰਗ, ਉਹਨੇ ਆਪਣੇ ਘੋੜੇ ਨੂੰ ਅੱਗੇ ਕੀਤਾ। ਗਹਿ ਧਨੁਖ ਐਚ ਬੜ ਓਜ ਸੰਗ। ਉਸਨੇ ਆਪਣੇ ਧਨੁਖ ਤੇ ਚਿੱਲੇ ਤੇ ਬਾਣ ਚੜਾਏ ਤੇ ਬੜੀ ਬਲ ਨਾਲ, ਸ਼ਕਤੀ ਨਾਲ, ਬੜੀ ਤਾਕਤ ਲਗਾ ਕੇ ਉਸਨੇ ਧਨੁਸ਼ ਦੀ ਤੰਦੀ ਨੂੰ ਖਿੱਚਿਆ ਤੀਰ ਚਲਾਉਣ ਵਾਸਤੇ। ਖਰ ਸਰ ਨਿਕਾਰ ਗੁਣ ਮੈਂ ਪਰੋਪ। ਇਸ ਤਰ੍ਹਾਂ ਦੇ ਨਾਲ ਖਰ ਸਰ ਨਿਕਾਲ, ਵੱਡੇ ਵੱਡੇ ਤੀਰ ਕੱਢ ਕੇ ਤੇ ਗੁਣੀਏ ਤੇ ਚੜ੍ਹ ਕੇ। ਹਾਂਜੀ,
ਸਭ ਕੋ ਦਿਖਾਏ ਰਣ ਕੀਨ ਚੌਂਪ। ਇਹ ਸਾਰਿਆਂ ਨੂੰ ਦਿਖਾ ਕੇ ਜੰਗ ਕਰਦਾ ਪਿਆ। ਬੜਾ ਵੱਡਾ ਇਹ ਵੀ ਬਲਸ਼ਾਲੀ ਯੋਧਾ ਸੀ, ਬਹਾਦਰ ਸੀ, ਬੜਾ ਕੁਤਬ ਖਾਨ, ਤੇ ਤੁਰਕੀ ਸੈਨਾ ਦਾ ਇਹ ਸਿਪਾਹ ਸਲਾਰ ਵੀ ਸੀ। ਕਾਲੇ ਖਾਨ ਦਾ ਇਸ ਨੂੰ ਬਹੁਤ ਥਾਪੜਾ ਸੀ, ਬਈ ਤੇਰੇ ਵਰਗਾ ਸੂਰਮਾ ਹੋਰ ਕੋਈ ਨਹੀਂ, ਅਣਗਿਣਤ ਲੋਕਾਂ ਨਾਲ ਤੂੰ ਲੜ ਸਕਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਇਹ ਆਪਣੇ ਤਨਖ ਚੜਾ ਚੜਾ ਕੇ ਤੀਰ ਤੰਦੀ ਤੇ ਛੱਡ ਰਿਹਾ ਹੈ। ਤਖਤਾਨ ਕਾਨ ਲਗਬਾਨ ਛੋਰ। ਤੇ ਸਾਰਿਆਂ ਨੂੰ ਦਿਖਾ ਕੇ ਜੰਗ ਕਰਦਾ ਪਿਆ। ਇਹਦਾ ਮਨ ਇਹ ਵੀ ਹੈ ਵੀ ਮੈਨੂੰ ਲੜਦੇ ਹੋਏ ਨੂੰ ਸਾਰੇ ਦੇਖਣ, ਬਈ ਮੈਂ ਕਿਵੇਂ ਪੈਤੜੇਬਾਜ਼ੀ ਕਰਦਾ, ਕਿਵੇਂ ਤਲਵਾਰ ਚਲਾਉਂਦਾ, ਕਿਵੇਂ ਤੀਰ ਚਲਾਉਂਦਾ। ਜਿਨ੍ਹਾਂ ਦੇ ਕੋਲ ਕੋਈ ਹੁਨਰ ਹੁੰਦਾ ਹੈ ਨਾ, ਉਹਨਾਂ ਦਾ ਇਹ ਮਨ ਵਿੱਚ ਖਿਆਲ ਬਣਦਾ ਹੈ ਬਈ ਮੇਰਾ ਹੁਨਰ ਕੋਈ ਦੇਖੇ। ਸੰਗੀਤਕਾਰ ਦੇ ਮਨ ਵਿੱਚ ਇਹ ਚਾਅ ਬਣਦਾ ਹੈ ਵੀ ਮੇਰੇ ਸੰਗੀਤ ਨੂੰ ਕੋਈ ਸੁਣੇ ਤੇ ਮੈਨੂੰ ਕੋਈ ਸਮਝੇ। ਭਾਵੇਂ ਸੰਗੀਤ ਦੀਆਂ ਬਾਰੀਕ ਤਾਨਾਂ ਸੁਣ ਕੇ ਸਾਰੇ ਹੀ ਮਸਤ ਹੋ ਜਾਂਦੇ ਨੇ, ਸਾਰੇ ਹੀ ਪ੍ਰਸੰਨ ਹੁੰਦੇ ਨੇ, ਪਰ ਜਦੋਂ ਕੋਈ ਸੰਗੀਤਕਾਰ ਦੂਜੇ ਸੰਗੀਤਕਾਰ ਦੀ ਤਾਰੀਫ ਕਰਦਾ ਹੈ ਨਾ, ਵਾਹ ਵਾਹ ਕਹਿੰਦਾ, ਫਿਰ ਉਸ ਨੂੰ ਪੂਰਾ ਅੰਦਰੋਂ ਜਿਹੜੀ ਹੈ ਸੰਤੁਸ਼ਟੀ ਮਿਲਦੀ ਹੈ। ਇਸ ਤਰ੍ਹਾਂ ਜੰਗ ਦੀ ਵੀ ਕਲਾ ਹੈ ਕਿ ਹੈ, ਜੇ ਕੋਈ ਸੂਰਮਾ ਦੂਜੇ ਨੂੰ ਦਾਦ ਦੇਵੇ ਬਈ ਵਾਹ ਕਿਆ ਤੀਰ ਚਲਾਇਆ, ਕਿਆ ਤਲਵਾਰ ਵਾਹੀ ਹੈ, ਫਿਰ ਉਸ ਦਾ ਹੋਰ ਚਾਅ ਵੱਧਦਾ। ਇਸ ਤਰ੍ਹਾਂ ਦੂਜਿਆਂ ਨੂੰ ਦਿਖਾ ਦਿਖਾ ਕੇ ਸਭ ਕੋ ਦਿਖਾਏ ਰਣ ਕੀਨ ਚੌਂਪ, ਬੜੇ ਚਾਅ ਨਾਲ ਤੱਕ ਕਾਨ ਕਾਨ ਤਾਨ ਕਾਨ ਲਗ ਬਾਨ ਸੋਰ, ਪੂਰਾ ਹੱਥ ਅੱਗੇ ਕਰਕੇ ਤੇ ਕੰਨ ਤੱਕ ਤੰਦੀ ਖਿੱਚ ਕੇ ਤੇ ਤੀਰ ਚਲਾ ਰਿਹਾ ਹੈ। ਬੇਧਤ ਸੁਬੇਗ ਪਟ ਗੁਰਨ ਔਰ। ਗੁਰੂ ਸਾਹਿਬ ਜੀ ਦੀ ਸੈਨਾ ਵਾਲੇ ਪਾਸੇ ਸੂਰਮਿਆਂ ਨੂੰ ਇਹਦੇ ਬਾਣ ਜਿਹੜੇ ਨੇ ਉਹ ਵਿੰਨਦੇ ਜਾ ਰਹੇ ਹਨ। ਵਜਯੰਤ ਰਾਗ ਮਾਰੂ ਨਿਸ਼ਾਨ। ਤੇ ਮੈਦਾਨੇ ਜੰਗ ਵਿੱਚ ਮਾਰੂ ਰਾਗ ਦੇ ਨਗਾਰੇ ਵੱਜ ਰਹੇ ਨੇ। ਯੋਧਿਆਂ ਨੂੰ ਚਾਅ ਦੇਣ ਵਾਸਤੇ, ਉਤਸ਼ਾਹ ਦੇਣ ਵਾਸਤੇ ਮਾਰੂ ਵਾਜੇ ਵੱਜ ਰਹੇ ਹਨ। ਦਿਖਯੰਤ ਵੀਰ ਝੜਤ ਮਹਾ ਜੂਝਤ ਮਹਾਨ। ਵੀਰ ਸੂਰਮੇ ਜੂਝਦੇ ਹੋਏ ਬੜੇ ਮਹਾਨ ਲੱਗ ਰਹੇ ਹਨ। ਭਾਵ ਉਹਨਾਂ ਵਰਗਾ ਕੋਈ ਯੁੱਧ ਕਲਾ ਕੌਸ਼ਲ ਨੂੰ ਜਾਣਨ ਵਾਲਾ ਜਾਣਕਾਰ ਕੋਈ ਦੂਜਾ ਦਿਖਾਈ ਨਹੀਂ ਪੈ ਰਿਹਾ। ਵਿੱਚ ਬਾਹਨੀ ਸੋ ਗੁਰ ਸਥਿਤ ਹੋਏ। ਤੇ ਗੁਰੂ ਪਾਤਸ਼ਾਹ ਬਾਹਨੀ ਦੇ ਵਿੱਚ ਵਾਹਣੀ ਦੇ ਵਿੱਚ ਆਪ ਸਥਿਤ ਨੇ। ਵਾਹਣੀ ਦਾ ਮਤਲਬ ਇੱਥੇ ਸੈਨਾ ਹੈਗਾ। ਵੈਸੇ ਜਿਹੜੀ ਬਾਹਣੀ ਹੈ ਨਾ, ਉਹਦੇ ਵਿੱਚ 41 ਹਾਥੀ ਹੁੰਦੇ ਨੇ, ਹਾਥੀਆਂ ਤੇ ਸਵਾਰ ਸੂਰਮੇ ਹੁੰਦੇ ਨੇ। 41 ਰੱਥ ਹੁੰਦੇ ਨੇ ਤੇ ਰੱਥਾਂ ਤੇ ਸਵਾਰ ਸੂਰਮੇ ਹੁੰਦੇ ਨੇ। ਔਰ ਇਸ ਤਰ੍ਹਾਂ 343 ਘੋੜ ਸਵਾਰ ਤੇ 405 ਉਹਦੇ ਵਿੱਚ ਸਿਪਾਹੀ ਹੁੰਦੇ ਨੇ। ਫਿਰ ਇਹਨਾਂ ਨੂੰ ਇੱਕ ਬਾਹਣੀ ਕਹਿੰਦੇ। ਇੱਥੇ ਬਾਣੀ ਤੋਂ ਮੁਰਾਦ ਮਹਾਰਾਜ ਦੀ ਸੈਨਾ ਹੈ। ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਬਾਣੀ ਸੋ ਗੁਰ ਸਥਿਤ ਹੋਏ ਆਪ ਖੜੇ ਹਨ। ਅਵਲੋਕ ਜੰਗ ਜਿਮ ਲੜਤ ਦੋਏ। ਤੇ ਦੋਹਾਂ ਪੱਖਾਂ ਦੇ ਸੂਰਮਿਆਂ ਨੂੰ ਜੰਗ ਕਰਦਿਆਂ ਨੂੰ ਦੇਖ ਕੇ ਤੇ ਖੁਸ਼ ਹੋ ਰਹੇ ਹਨ। ਦਿਸਨ ਦੀ ਦੁੰਦਬ ਬਜੰਤ। ਦੋਹਾਂ ਪਾਸਿਆਂ ਤੇ ਵੱਡੇ ਵੱਡੇ ਦੁੰਦਬ ਨਗਾਰੇ ਵੱਜ ਰਹੇ ਹਨ। ਖਾਨ ਰੁਕਾਲ ਰਨ ਦਿਖਯੰਤ। ਔਰ ਇਸ ਤਰ੍ਹਾਂ ਦੇ ਨਾਲ ਉਤਖਾਨ ਸੋ ਕਾਲਾ ਰਨ ਦਿਖੰਤ। ਕਾਲੇ ਖਾਨ ਆਪਣੀਆਂ ਸੈਨਾ ਦਾ ਸਭ ਤੋਂ ਵੱਡਾ ਜਰਨੈਲ ਹੈ, ਉਹ ਇਸ ਜੰਗ ਦਾ। ਉਧਰ ਕਾਲੇ ਖਾਂ ਆਪਣੀ ਸੈਨਾ ਨੂੰ ਦੇਖ ਰਿਹਾ ਔਰ ਇੱਧਰ ਸਾਹਿਬੇ ਕਮਾਲ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਸੈਨਾਵਾਂ ਨੂੰ ਦੇਖ ਰਹੇ ਹਨ। ਔਰ ਸੁਬਟ ਬਲੀ ਲਖ ਸੋ ਕਤ ਬਖਾਨ। ਇਹਨਾਂ ਵਿੱਚ ਇੱਕ ਗੁਰੂ ਪਾਤਸ਼ਾਹ ਜੀ ਦਾ ਸੁਭੱਟ, ਭੱਟ ਕਹਿੰਦੇ ਨੇ ਸੂਰਮੇ ਨੂੰ, ਤੇ ਸੂਰਮੇ ਦਾ ਮਤਲਬ ਜਿਹੜਾ ਅਣਗਿਣਤ ਸੈਨਾ ਨਾਲ ਲੜ ਸਕਦਾ ਹੋਵੇ, ਯੁੱਧ ਕਰ ਸਕਦਾ ਹੋਵੇ, ਭੈ ਭੀਤ ਨਾ ਹੋਵੇ। ਤੇ ਸੁਭੱਟ ਦਾ ਮਤਲਬ ਹੈ ਚੰਗਾ ਸੂਰਮਾ। ਆਮ ਕਰਕੇ ਸੁਭੱਟ ਕਹਿੰਦੇ ਨੇ ਜੋ ਮੈਦਾਨੇ ਜੰਗ ਵਿੱਚ ਬੜਾ ਵੈਲ ਲਰਨਡ ਸ਼ਸਤਰਕਾਰ ਹੋਵੇ, ਸ਼ਸਤਰਾਂ ਦਾ ਅਭਿਆਸ ਹੋਵੇ ਤੇ ਸੈਂਕੜੇ ਸੈਨਿਕਾਂ ਨੂੰ ਮਾਰ ਸਕਦਾ ਹੋਵੇ। ਪਰ ਸ੍ਰੀ ਗੁਰੂ ਦੇਵ ਜੀ ਦੇ ਘਰ ਦੇ ਸੁਭੱਟ ਦਾ ਮਤਲਬ ਹੈ ਸੰਤ ਸਿਪਾਹੀ, ਨਾਮ ਜਪਣ ਵਾਲਾ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਐਸੇ ਪੁਰਖ ਜਿਨ੍ਹਾਂ ਨੇ ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ। ਕਿਤਨੇ ਮਹਾਗੁਣਾਂ ਦਾ ਜ਼ਿਕਰ ਅਰਦਾਸ ਵਿੱਚ ਹੁੰਦਾ ਹੈ। ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ। ਇਹ 5 ਭਿਆਨਕ ਸਜ਼ਾਵਾਂ ਸਨ ਉਸ ਵੇਲੇ। ਸਿਰ ਕਲਮ ਕਰ ਦੇਣਾ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕੱਟ ਦੇਣਾ, ਖੋਪਰੀਆਂ ਉਤਾਰ ਦੇਣੀਆਂ, ਚਰਖੜੀਆਂ ਤੇ ਚਾੜ ਦੇਣਾ ਤੇ ਆਰੇ ਨਾਲ ਚੀਰ ਦੇਣਾ। ਇਹ 5 ਉਹਨਾਂ ਦਿਨਾਂ ਵਿੱਚ ਭਿਆਨਕ ਸਜ਼ਾਵਾਂ ਸਨ। ਇਹਨਾਂ 5 ਦਾ ਹੀ ਅਰਦਾਸ ਵਿੱਚ ਜ਼ਿਕਰ ਹੈ। ਅਰਦਾਸ ਦਾ ਦੂਸਰਾ ਪਹਿਰਾ ਹੈ। ਆਪ ਕਦੀ ਅਰਦਾਸ ਨੂੰ ਧਿਆਨ ਨਾਲ ਸੁਣਨਾ ਜਾਂ ਪੜ੍ਹਨਾ। ਆਮ ਨਿਤਨੇਮ ਦੇ ਗੁਟਕਿਆਂ ਵਿੱਚ ਅਰਦਾਸ ਲਿਖੀ ਹੋਈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਧਰਮ ਦੇ ਪਿਆਰ ਵਿੱਚ ਆਪਣੇ ਸਿਰ ਦੇ ਦਿੱਤਾ, ਬੰਦ ਬੰਦ ਕਟਵਾਏ। ਭਾਈ ਮਨੀ ਸਿੰਘ ਆਦਿਕ, ਖੋਪਰੀਆਂ ਲੋਹਾਈਆਂ ਭਾਈ ਤਾਰੂ ਸਿੰਘ ਆਦਿਕ, ਚਰਖੜੀਆਂ ਤੇ ਚੜ੍ਹੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਆਦਿਕ। ਇਹ 5 ਭਿਆਨਕ ਸਜ਼ਾਵਾਂ ਸਨ। ਸਿਰ ਕੱਟ ਦੇਣਾ, ਬੰਦ ਬੰਦ ਕੱਟ ਦੇਣਾ, ਚਰਖੜੀਆਂ ਤੇ ਚਾੜ ਦੇਣਾ, ਆਰਿਆਂ ਨਾਲ ਚੀਰ ਦੇਣਾ ਇਤਿਆਦਿਕ। ਇਹਨਾਂ 5 ਦਾ ਹੀ ਜ਼ਿਕਰ ਅਰਦਾਸ ਵਿੱਚ ਤੁਹਾਨੂੰ ਮਿਲ ਜਾਂਦਾ ਹੈ। ਕਦੀ ਧਿਆਨ ਨਾਲ ਆਪਣੀ ਅਰਦਾਸ ਸੁਣਿਆ ਕਰੋ। ਬੜਿਆਂ ਨੂੰ ਤਾਂ ਪਤਾ ਵੀ ਨਹੀਂ ਵੀ ਇਹ 5 ਸਜ਼ਾਵਾਂ ਨੇ ਤੇ ਇਹਨਾਂ ਦਾ ਜ਼ਿਕਰ ਹੈ। ਬੜਿਆਂ ਨੂੰ ਨਹੀਂ ਪਤਾ। ਦੂਰ ਕਿਉਂ ਜਾਈਏ, ਤੁਹਾਨੂੰ ਅਰਦਾਸੀਏ ਵੀ ਘੱਟ ਹੀ ਮਿਲਣਗੇ। ਯਾਦ ਕੀਤੀ ਹੈ, ਰੱਟਾ ਲੱਗਾ ਹੋਇਆ ਤੇ ਰੋਜ਼ ਕਰਦੇ ਵੀ ਨੇ, ਪਰ ਇਹ ਬਾਰੀਕੀ ਵੱਲ ਧਿਆਨ ਨਹੀਂ ਜਾਏਗਾ ਵੀ ਕਿੰਨੀਆਂ ਸਜ਼ਾਵਾਂ ਦਾ ਇਹਦੇ ਜ਼ਿਕਰ ਹੈ, ਕਿੰਨੀਆਂ ਦਾਤਾਂ ਮੰਗੀਆਂ ਗਈਆਂ ਨੇ ਇਤਿਆਦਿ। ਖੈਰ ਰਹੋ ਵਿਚਾਰ ਜ਼ਿਆਦਾ, ਮੈਂ ਇਸ ਪਾਸੇ ਨਾ ਜਾਵਾਂ। ਫਿਰ ਅਰਦਾਸ ਵਿੱਚ ਉਹਨਾਂ ਜਿਹੜੇ ਸੁਭੱਟ ਸੰਤ ਸਿਪਾਹੀ ਸੂਰਮੇ ਨੇ, ਉਹਨਾਂ ਲਈ ਆਖਿਆ ਜਾਂਦਾ ਹੈ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਇਹ ਸੁਭੱਟ ਨੇ। ਭਾਈ ਸਾਹਿਬ ਨੇ ਇਹ ਬੜਾ ਸੋਹਣਾ ਖੂਬਸੂਰਤ ਸਾਹਿਤਕ ਸ਼ਬਦ ਲਿਖਿਆ, ਸੁਭੱਟ। ਜਿਹੜੇ ਸੂਰਮੇ ਗੁਰੂ ਵਾਲੇ ਪਾਸੇ, ਗੁਰ ਸੁਭੱਟ ਬਲੀ ਲੱਖੂ ਸੋ ਨਾਮ। ਗੁਰੂ ਪਾਤਸ਼ਾਹ ਜੀ ਦਾ ਇੱਕ ਸੰਤ ਸਿਪਾਹੀ ਸੁਭੱਟ ਸੂਰਮਾ, ਇਹਦਾ ਨਾਮ ਭਾਈ ਲੱਖੂ ਜੀ ਹੈ। ਮਹਾਰਾਜ ਜੀ ਦਾ ਬੜਾ ਨਿਵਾਜਿਆ ਹੋਇਆ, ਬਾਣੀ ਪੜ੍ਹਨ ਵਾਲਾ, ਰੋਮ ਰੋਮ ਸਿਮਰਨ ਕਰਨ ਵਾਲਾ, ਅੰਮ੍ਰਿਤ ਵੇਲੇ ਦਾ ਅਭਿਆਸੀ, ਪਰਉਪਕਾਰੀ, ਹੰਕਾਰ ਤੇ ਵਿਕਾਰ ਤੋਂ ਰਹਿਤ ਹਿਰਦਾ ਭਾਈ ਲੱਖੂ ਜੀ। ਉਹਨਾਂ ਦਾ ਨਾਮ ਲੱਖੂ ਹੈ ਤੇ ਲੱਖੂ ਦਾ ਮਤਲਬ ਹੈ ਲੱਖਾਂ ਵਿੱਚ ਕੋਈ ਇੱਕ ਅੱਧਾ, ਤੇ ਫਿਰ ਲੱਖੂ ਦਾ ਮਤਲਬ ਹੈ ਦੇਖ ਲੈਣ ਵਾਲਾ, ਜਿਹੜਾ ਲੱਖ ਸਕਦਾ ਹੋਵੇ, ਲਖਤਾ ਜਿਸ ਨੂੰ ਆ ਜਾਏ, ਜਿਸ ਨੇ ਆਪਣੇ ਜੀਵਨ ਦੀ ਲਖਤਾ ਪ੍ਰਾਪਤ ਕੀਤੀ ਹੋਏ, ਲਕਸ਼ ਤੱਕ ਪਹੁੰਚਿਆ ਹੋਵੇ। ਤੇ ਨਾਮ ਤੇ ਬੇਸ਼ੱਕ ਮਾਤਾ ਪਿਤਾ ਨੇ ਲੱਖੂ ਰੱਖਿਆ ਹੈ, ਪਰ ਹੈ ਕਰੋੜਾਂ ਵਿੱਚ ਇੱਕ। ਨਾਨਕ ਕੋਟਨ ਮੈਂ ਕੋ ਨਾਰਾਇਣ ਜੇ ਚੀਤ। ਇਹ ਮਹਾਨ ਬ੍ਰਹਮ ਗਿਆਨੀ ਸੰਤ ਸਿਪਾਹੀ, ਮਹਾਨ ਸੁਭੱਟ
ਬਲੀ ਸੂਰਮਾ ਜਿਹਦਾ ਨਾਮ ਭਾਈ ਲੱਖੂ ਜੀ ਹੈ। ਕੋ ਫੰਦਾਏ ਕਰ ਜੰਗ ਤਾਮ। ਜਦ ਇਸਨੇ ਦੇਖਿਆ ਬਈ ਕਾਲੇ ਖਾਨ ਦੀਆਂ ਫੌਜਾਂ ਹਮਲਾ ਕਰਦੀਆਂ ਜਾ ਰਹੀਆਂ ਨੇ, ਇੱਕ ਵੱਡਾ ਸਾਰਾ ਜੈਕਾਰਾ ਬੁਲਾ ਕੇ ਨਾ ਤੇ ਆਪਣੇ ਘੋੜੇ ਨੂੰ ਅੱਡੀ ਲਾ ਕੇ ਘੋੜੇ ਨੂੰ ਦੌੜਾ ਕੇ ਕੁਦਾਉਂਦਾ ਹੋਇਆ ਜੰਗ ਦੇ ਮੁਕਾਮ ਆ ਪਹੁੰਚੇ ਹਨ। ਜਿਉ ਸਮੀਪ ਜੈ ਕੁਤਬ ਖਾਨ। ਤੇ ਬਿਲਕੁਲ ਉੱਥੇ ਆ ਗਏ ਨੇ ਭਾਈ ਲੱਖੂ ਜੀ ਜਿੱਥੇ ਕੁਤਬ ਖਾਨ ਖੜਾ। ਇਹ ਵੀ ਬੜਾ ਤਕੜਾ ਬਲੀ ਬਹਾਦਰ ਹੈ। ਹਰ ਬਾਨ ਪ੍ਰਹਾਰੈ ਤਾਨ ਤਾਨ। ਔਰ ਇਹ ਜਿਹੜਾ ਕੁਤਬ ਖਾਨ ਹੈ ਬਾਣ ਭਰ ਭਰ ਕੇ ਤਾਣ ਤਾਣ ਕੇ ਖਿੱਚ ਖਿੱਚ ਕੇ ਮਾਰ ਰਿਹਾ ਹੈ। ਨਿਕਟ ਔਰ ਉਮਰਾ ਬਥੀਰ। ਉਹਦੇ ਕੋਲ ਹੋਰ ਵੀ ਕਈ ਸਿਪਾਹ ਸਲਾਰ ਉਮਰਾਓ ਚੌਧਰੀ ਵੀਰ ਹਨ। ਹੋਏ ਅਗਰ ਚਾਂਪ ਐ ਚਤ ਸਤੀਰ। ਤੇ ਬੜੇ ਬਲ ਨਾਲ ਅੱਗੇ ਹੋ ਕੇ ਚਾਂਪ ਕਹਿੰਦੇ ਨੇ ਧਨੁਸ਼ ਨੂੰ ਖਿੱਚ ਖਿੱਚ ਕੇ ਬਾਣ ਚਲਾ ਰਹੇ ਹਨ। ਔਰ ਸੁਵਟ ਬੰਧਾਵੇ ਜਬ ਸਮੁਖ ਆਏ। ਗੁਰੂ ਪਾਤਸ਼ਾਹ ਜੀ ਦਾ ਇਹ ਮਹਾਨ ਸੂਰਬੀਰ ਭਾਈ ਲੱਖੂ ਜਦੋਂ ਦੇਖਿਆ ਬਈ ਵੱਧਦਾ ਹੋਇਆ ਅੱਗੇ ਆ ਰਿਹਾ ਹੈ, ਤਖਤਾਨ ਬਾਨ ਕੋ ਕਰਤ ਕਾਏ। ਇਹਨਾਂ ਨੇ ਬਾਣ ਤੱਕ ਤੱਕ ਕੇ ਤੇ ਉਹਨਾਂ ਦੇ ਸਰੀਰ ਤੇ ਪ੍ਰਹਾਰ ਕੀਤਾ, ਜ਼ਖਮ ਕੀਤੇ। ਤਨ ਦਿਪੈ ਬਿਪੂਖਨ ਹੋਮ ਜਾਹੀ। ਤਨ ਦਿਪੈ ਬਿਭੂਖਨ ਹੇਮ ਜਾਹੇ। ਇਹਨਾਂ ਦਾ ਜਿਹੜਾ ਸੂਰਮਾ ਹੈ ਕੁਤਬ ਖਾਨ, ਉਹਦਾ ਸਰੀਰ ਸੋਨੇ ਦੇ ਬਣੇ ਹੋਏ ਜ਼ਰਾ ਵਕਤ ਬਸਤਰ ਨਾਲ ਢੱਕਿਆ ਹੋਇਆ, ਗਹਿਣੇ ਪਾਏ ਹੋਏ, ਸਿਰ ਤੇ ਉਹਦੇ ਕਲਗੀ ਆਦਕ ਹੈ, ਗਲ ਵਿੱਚ ਕੰਠਾ ਹੈ। ਇਸ ਤਰ੍ਹਾਂ ਉਸਦੇ ਜਿਹੜੇ ਨੇ ਗਹਿਣੇ ਬਣੇ ਹੋਏ ਨੇ ਬਹੁਤ ਸੋਹਣੇ ਸੋਹਣੇ ਸੋਨੇ ਦੇ, ਉਹ ਚਮਕ ਰਹੇ ਹਨ। ਜ਼ਰ ਜਵਰ ਜਵਾਹਰ ਜੈਬ ਮਾਹੀ। ਉਹਦੇ ਵਿੱਚ ਜਵਾਹਰਾਤ ਆਦਿਕ ਜੜੇ ਹੋਏ ਹਨ, ਬਹੁਤ ਸ਼ੋਭਾ ਪਾ ਰਹੇ ਹਨ। ਸਕੋ ਸਮੀਪ ਲੱਖੂ ਸਿਧਾਏ। ਉਹਦੇ ਕੋਲ ਭਾਈ ਸਾਹਿਬ ਭਾਈ ਲੱਖੂ ਜੀ ਆ ਪਹੁੰਚੇ ਹਨ। ਹਰ ਸਰ ਨਿਕਾਰ ਮਨ ਮੈਂ ਰਿਸਾਏ। ਤੇ ਆਪਣੇ ਪੱਥੇ ਚੋਂ ਤੀਰ ਕੱਢ ਕੇ ਤੇ ਵੀਰ ਰਸ ਨਾਲ ਭਰ ਕੇ ਪਰ ਬਾਨ ਕਾਨ ਲਗਤਾਨ ਪੂਰ। ਇਸ ਤਰ੍ਹਾਂ ਫਿਰ ਬਾਣ ਜਿਹੜਾ ਸੀ ਉਹ ਪੱਥੇ ਚੋਂ ਕੱਢ ਕੇ ਤੇ ਪੂਰਾ ਕੰਨ ਤੱਕ ਤੰਦੀ ਖਿੱਚ ਕੇ ਤਗੜੇ ਧਨਸ ਦੁਆਰਾ ਜਾਗਿਓ ਸਬੇਗ ਰੂਪ ਪੈ ਗਰੂਰ। ਤੇ ਹੰਕਾਰੀ ਦੁਸ਼ਮਣ ਤੇ ਉਹ ਬਾਣ ਚਲਾ ਦਿੱਤਾ। ਗੁਰੀ ਦਾ ਫੋਰ ਪਰ ਪਾਰ ਜਾਏ। ਇਸ ਤਰ੍ਹਾਂ ਹਿਰਦਾ ਫਾੜ ਕੇ ਤੇ ਉਹ ਬਾਣ ਜਿਹੜਾ ਪਾਰ ਲੰਘ ਗਿਆ। ਭਾਈ ਲੱਖੂ ਜੀ ਦੇ ਬਾਣ ਵੀ ਇਸ ਤਰ੍ਹਾਂ ਚੱਲ ਰਹੇ ਨੇ ਤੇ ਉਧਰੋਂ ਕੁਤਬ ਖਾਨ ਦੇ ਬਾਣ ਵੀ ਇਹਨਾਂ ਦੇ ਸਰੀਰ ਵਿੱਚ ਧਸਦੇ ਜਾ ਰਹੇ ਹਨ। ਲਾਏ ਦੀਨ ਹੈ ਤੇ ਗਿਰਾਏ। ਔਰ ਇਸ ਤਰ੍ਹਾਂ ਦੇ ਨਾਲ ਉਤਲਾਏ ਦੀਨ ਹੈ ਤੇ ਗਿਰਾਏ, ਤੇ ਉਤਲਾ ਕੇ ਘੁਮਾ ਕੇ ਤੀਰ ਨਾਲ ਘੋੜੇ ਤੋਂ ਸੁੱਟ ਦਿੱਤਾ। ਉਮਰਾਵ ਸਕਲ ਤਵ ਦੇਖ ਤਾਹੀ। ਇਹ ਬਹੁਤ ਸਾਰੇ ਉਮਰਾਓ ਚੌਧਰੀ ਸੂਰਮੇ ਉਸ ਵੇਲੇ ਉਹਨਾਂ ਨੂੰ ਦੇਖ ਕੇ ਲਲਕਾਰ ਬੰਗਾਰਿਓ ਜੰਗ ਮਾਹੀ। ਤੇ ਲਲਕਾਰਾ ਮਾਰਿਆ ਭਾਈ ਲੱਖੂ ਜੀ ਪ੍ਰਤੀ। ਵੇਖ ਕੁਤਬ ਖਾਨ ਸੰਬੰਧ ਜਾਹੀ। ਜਿਹਦਾ ਸੰਬੰਧ ਕੁਤਬ ਖਾਨ ਦੇ ਨਾਲ ਹੈ। ਹੋ ਤੋ ਕ੍ਰੋਧ ਕੀਏ ਅਲਪ ਨਾਹੀ। ਔਰ ਇਸ ਤਰ੍ਹਾਂ ਦੇ ਨਾਲ ਉਹਨੇ ਬਹੁਤ ਕ੍ਰੋਧ ਕੀਤਾ ਆਪਣੇ ਮਨ ਵਿੱਚ। ਲੱਖੂ ਸਮੀ ਪ੍ਰੇਰਿਓ ਤੁਰੰਗ। ਭਾਈ ਲੱਖੂ ਜੀ ਵਾਲੋਂ ਨੇ ਘੋੜਾ ਆਪਣਾ ਦੌੜਾਇਆ। ਕਿਤ ਚਲਿਓ ਮਾਰ ਥਿਰ ਹੋਏ ਜੰਗ। ਆਖਣ ਲੱਗਾ ਭਾਈ ਲੱਖੂ ਸਾਡੇ ਸੂਰਮੇ ਨੂੰ ਮਾਰ ਕੇ ਹੁਣ ਜਾਂਦਾ ਕਿੱਧਰ ਪਿਆ, ਖਲੋ ਜਾ ਜ਼ਰਾ ਸਾਡੇ ਵੀ ਦੋ ਫੱਟ ਝਲਦਾ ਹੋਇਆ ਜਾ। ਪੰਡਤਾ ਸੁਦੇਹੋ ਲੈ ਕੇ ਨ ਜਾਏ। ਜਿਹੜਾ ਤੂੰ ਸਾਡੇ ਸੂਰਮਿਆਂ ਨੂੰ ਉਹਨਾਂ ਦੇ ਕਲੇਜੇ ਵਿੱਚ ਤੀਰ ਮਾਰ ਮਾਰ ਕੇ ਮਾਰਿਆ, ਉਹਦਾ ਬਦਲਾ ਤੇ ਸਾਨੂੰ ਲੈ ਲੈਣ ਦੇ। ਬਦਲਾ ਦਿੰਦੇ ਆ ਲੈ ਕੇ ਜਾ,
ਭਾਵ ਹੁਣ ਜਾਣ ਨਹੀਂ ਦੇਣਾ। ਤਬ ਤੀਰ ਪ੍ਰਹਾਰਿਓ ਕਹਿ ਤਬ ਤੀਰ ਪ੍ਰਹਾਰਿਓ ਰਹਿ ਮਾਹੇ। ਔਰ ਇਸ ਤਰ੍ਹਾਂ ਦੇ ਨਾਲ ਫਿਰ ਬਹੁਤ ਤੇਜ਼ੀ ਨਾਲ ਤੀਰ ਦਾ ਪ੍ਰਹਾਰ ਕੀਤਾ, ਬਾਹ ਵਿੱਚ ਵੱਜਿਆ। ਲਾਗ ਬਾਮ ਕੰਧ ਮੈਂ ਦਿਖਾਂ ਪਾਰ। ਉਹ ਭਾਈ ਸਾਹਿਬ ਭਾਈ ਲੱਖੂ ਜੀ ਦੇ ਖੱਬੇ ਮੋਢੇ ਵਿੱਚ ਲੱਗੇ ਤੇ ਮੋਢੇ ਵਿੱਚ ਪੁਰਚਿਆ ਗਿਆ, ਆਰ ਪਾਰ ਹੋਇਆ। ਤਨ ਕਾਏ ਖਾਏ ਹੋਏ ਕੈ ਸੁਮਾਰ। ਔਰ ਇਸ ਤਰ੍ਹਾਂ ਦੇ ਨਾਲ ਭਾਈ ਲੱਖੂ ਜੀ ਨੇ ਜ਼ਖਮੀ ਹੋ ਕੇ ਵੀ, ਜ਼ਖਮੀ ਹੋਏ ਨੇ, ਮੋਢੇ ਵਿੱਚ ਤੀਰ ਵੱਜਿਆ ਹੋਇਆ ਹੈ। ਇਸ ਖੜਗ ਨਿਕਾਸਿਓ ਦਹਿਨ ਹਾਥ। ਤੇ ਬੀਰ ਰਸ ਨਾਲ ਭਰ ਕੇ ਤੇ ਆਪਣੇ ਸੱਜੇ ਹੱਥ ਨਾਲ ਖੜਗ ਸੀ ਵੱਡਾ ਜਿਹੜਾ ਉਹਨਾਂ ਨੇ ਪਹਿਨਿਆ ਹੋਇਆ, ਕਿਉਂਕਿ ਯੋਧਿਆਂ ਕੋਲ ਇੱਕ ਸ਼ਸਤਰ ਨਹੀਂ ਸੀ ਹੁੰਦਾ। ਉਹਨਾਂ ਕੋਲ ਨੇਜੇ ਬੰਬਲੇ ਵਾਲੇ ਵੀ ਹੁੰਦੇ, ਅਣਿਆਲੇ ਤੀਰ ਵੀ ਹੁੰਦੇ, ਸਾਂਗਾਂ ਬਰਸੀਆਂ, ਇਸ ਤਰ੍ਹਾਂ ਦੇ ਨਾਲ ਜਮਦਾੜ, ਬਾਗ ਨੱਖੀ, ਖੰਜਰ ਇਤਿਆਦਿਕ ਉਹਨਾਂ ਦੇ ਸਰੀਰ ਨਾਲ ਬੱਝੇ ਰਹਿੰਦੇ ਸੀ। ਪਰ ਜਿੱਥੇ ਜਿਸ ਦੀ ਲੋੜ ਪੈਂਦੀ ਸੀ ਉੱਥੇ ਉਹ ਸ਼ਸਤਰ ਵਰਤਦੇ ਸਨ। ਇੱਕ ਯੋਧੇ ਕੋਲ ਇੱਕ ਸ਼ਸਤਰ ਨਹੀਂ ਸੀ ਹੁੰਦਾ। ਇਸ ਢੰਗ ਦੇ ਨਾਲ ਰਿਸ ਖੜਗ ਨਿਕਾਸਿਓ ਦਹਿਨ ਹਾਥ, ਬੀਰ ਰਸ ਨਾਲ ਭਰ ਕੇ ਬਹਾਦਰ ਭਾਈ ਲੱਖੂ ਜੀ ਨੇ ਸੱਜੇ ਹੱਥ ਨਾਲ ਖੜਗ ਕੱਢ ਲਿਆ। ਪ੍ਰੇਰਿਓ ਤੁਰੰਗ ਬੜ ਬੇਗ ਸਾਥ। ਤੇ ਘੋੜੇ ਨੂੰ ਵੱਡੇ ਤੇਜ਼ੀ ਨਾਲ ਘੁਮਾਇਆ। ਤਬ ਕੁਤਬ ਖਾਨ ਰਹਿ ਸੋ ਦਰਬ। ਔਰ ਇਸ ਤਰ੍ਹਾਂ ਦੇ ਨਾਲ ਤਬ ਖੁਤਬ ਗੈਨ ਰਹਿ ਗੋ ਸਦੂਰੋ, ਦੂਰ ਸੀ ਹਲੇ ਕੁਤਬ ਖਾਨ ਜਿੱਧਰ ਨੂੰ ਘੋੜਾ ਦੌੜਾਇਆ ਭਾਈ ਲੱਖੂ ਜੀ ਨੇ। ਵਿੱਚ ਪਰਿਓ ਆਏ ਪਟ ਇੱਕ ਸੂਰ। ਇਤਨੇ ਨੂੰ ਵਿਚਕਾਰ ਇੱਕ ਘੋੜ ਸਵਾਰ ਕਾਲੇ ਖਾਂ ਵਾਲੇ ਪਾਸੇ ਦਾ ਸੂਰਮਾ ਆ ਕੇ ਸਾਹਮਣੇ ਹੋ ਗਿਆ ਭਾਈ ਲੱਖੂ ਜੀ ਦੇ। ਲਿਏ ਰੋਕ ਅਗਰ ਪਾਸ ਮੁਖ ਵੀਰ। ਉਹ ਸਾਹਮਣੇ ਵੀਰ ਸੀ, ਸੂਰਮਾ ਸੀ, ਉਹਨੇ ਰੋਕ ਲਿਆ ਭਾਈ ਲੱਖੂ ਜੀ ਨੂੰ। ਨ ਦਿਓ ਜਾਨ ਤਬ ਕੁਤਬ ਤੀਰ। ਅੱਗੇ ਹੋਰ ਵੀ ਸੂਰਮੇ ਆ ਗਏ ਤੇ ਕੁਤਬ ਖਾਨ ਤੱਕ ਨਹੀਂ ਪਹੁੰਚਣ ਦਿੱਤਾ, ਰਸਤੇ 'ਚ ਰੋਕਿਆ ਹੈ। ਤਤ ਹੋਤੋ ਕ੍ਰੋਧ ਦੀਏ ਨ ਸੰਭਾਰ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਤ ਹੋਤੋ ਕ੍ਰੋਧ ਦੀਏ ਨੇ ਸੰਭਾਰ। ਉਹਨਾਂ ਦਾ ਮਨ ਬੜੇ ਕ੍ਰੋਧ ਨਾਲ ਭਰਿਆ ਹੋਇਆ ਸੀ ਤੇ ਉਹਨੇ ਭਾਈ ਲੱਖੂ ਜੀ ਨੇ ਵੀ ਇਹਨਾਂ ਨੂੰ ਸੰਭਲਣ ਨਹੀਂ ਦੇ ਰਹੇ। ਸੋ ਖੜਗ ਤਾਏ ਪਰ ਤਮਕ ਝਾਰ। ਉਸ ਦੇ ਉੱਤੇ ਭਾਈ ਜੀ ਨੇ ਖੜਗ ਜਿਹੜਾ ਸੀ ਉਹ ਝਾੜ ਦਿੱਤਾ, ਭਾਵ ਮਾਰਿਆ ਹੈ। ਘਟ ਮੁੰਡ ਗਰੀਬ ਤੇ ਆਏ ਬ੍ਰਹਮਾ। ਉਹ ਜਿਹੜਾ ਵਿਚਕਾਰ ਸੂਰਮਾ ਕਾਲੇ ਖਾਂ ਵਾਲੇ ਪਾਸੇ ਦਾ ਆ ਗਿਆ ਸੀ ਨਾ, ਉਸ ਦਾ ਸਿਰ ਧੜ ਤੋਂ ਘੋੜੇ ਤੇ ਬੈਠੇ ਦਾ ਲਾਹ ਦਿੱਤਾ। ਹੁਣ ਗ੍ਰਿਓ ਤੁਰੰਗ ਤੇ ਰੁੰਡ ਝੂਮ। ਔਰ ਫੇਰ ਘੋੜੇ ਤੋਂ ਉਹਦਾ ਬਿਨਾਂ ਸਿਰ ਵਾਲਾ ਸੀਸ ਜਿਹੜਾ ਧੜ ਸੀ ਉਹ ਵੀ ਲੜਖੜਾਉਂਦਾ ਹੋਇਆ, ਝੂਮਦਾ ਹੋਇਆ ਥੱਲੇ ਡਿੱਗ ਪਿਆ। ਜੈ ਕੁਤਬ ਹੋਤੋ ਤਿਤ ਕੋ ਸਿਧਾਏ। ਔਰ ਇਸ ਤਰ੍ਹਾਂ ਉਸ ਨੂੰ ਰਸਤੇ ਦੀ ਰੁਕਾਵਟ ਨੂੰ ਖਤਮ ਕਰਕੇ ਭਾਈ ਲੱਖੂ ਜੀ ਕੁਤਬਦੀਨ ਵੱਲ ਨੂੰ ਦੌੜੇ ਹਨ। ਚਹਤ ਹਤਨ ਪੌਹਨ ਚੜਾਏ। ਔਰ ਆਪਣੀਆਂ ਅੱਖਾਂ ਤਰੇਰ ਕੇ ਪੌਹਣ ਚੜਾ ਕੇ ਕੁਤਬ ਖਾਨ ਨੂੰ ਮਾਰਨਾ ਚਾਹੁੰਦੇ ਹਨ। ਸੈਨ ਬਿਲੋਕਤ ਦੋਏ ਮਾਰ। ਔਰ ਇਸ ਤਰ੍ਹਾਂ ਦੇ ਨਾਲ ਸਾਰੀ ਸੈਨਾ ਦੇਖ ਰਹੀ ਹੈ। ਇਸ ਨੇ ਦੋਹਾਂ ਨੂੰ ਜੋ ਅੱਗੇ ਆਏ ਸਨ ਮਾਰੇ ਹਨ, ਦੋਹਾਂ ਦਾ ਜੰਗ ਦੇਖਿਆ ਜਾ ਰਿਹਾ ਹੈ। ਆਵਤ ਸੁਬੇਗ ਕੁਤਬ ਨਿਹਾਰ। ਔਰ ਉਸ ਪਾਸੇ ਕੁਤਬ ਵੀ ਦੇਖਦਾ ਪਿਆ ਹੈ ਕਿ ਬੜੇ ਵੇਗ ਨਾਲ ਆ ਰਹੇ ਹਨ। ਕੁਤਬ ਖਾਨ ਵੀ ਬੜੀ ਤੇਜ਼ੀ ਨਾਲ ਆ ਰਿਹਾ ਹੈ। ਜੈ ਖੜਗ ਹਾਥ ਦਾਰੁਨ ਵਿਸਾਲ। ਉਹਦੇ ਹੱਥ ਵਿੱਚ ਵੀ ਬੜਾ ਤਗੜਾ ਖੜਗ ਹੈ। ਸਬਰਿਓ ਪੀਜ ਬਹੁ ਸਰੋਣ ਨਾਲ। ਇੱਧਰ ਭਾਈ ਲੱਖੂ ਜੀ ਦਾ ਸਾਰੇ ਬਸਤਰ ਖੂਨ ਨਾਲ ਭਿੱਜੇ ਹੋਏ ਹਨ। ਮੋਢੇ ਖਤੰਗ ਬੇਧਿਓ ਦਿਖੰਤ। ਔਰ ਇਸ ਤਰ੍ਹਾਂ ਦੇ ਨਾਲ ਮੋਢੇ ਵਿੱਚ ਤੀਰ ਵੱਜਿਆ ਹੋਇਆ ਦਿਖ ਰਿਹਾ ਹੈ। ਰਤ ਵੀਰ ਸਨਮੁਖ ਅਵੰਤ। ਔਰ ਇਸ ਤਰ੍ਹਾਂ ਦੇ ਨਾਲ ਨਾ ਠਰਤ ਵੀਰ ਸਨਮੁਖ ਅਵੰਤ, ਸਾਹਮਣੇ
ਉਹਨਾਂ ਦੇ ਵੀਰ ਕੋਈ ਠਹਿਰ ਨਹੀਂ ਰਿਹਾ। ਨਿਆਏ ਚਬਾਨ ਖਰ ਕੁਤਬ ਖਾਨ। ਔਰ ਫਿਰ ਇਸ ਤਰ੍ਹਾਂ ਕੁਤਬ ਖਾਨ ਨੇ ਬਾਣ ਧਨੁਕ ਤੇ ਰੱਖ ਕੇ ਤੰਦੀ ਤੇ ਖਿੱਚ ਕੇ ਤਨ ਤਾਨ ਕਾਨ ਲਗ ਹੋਤ ਹਾਨ। ਔਰ ਇਸ ਤਰ੍ਹਾਂ ਦੇ ਨਾਲ ਕੰਨ ਤੱਕ ਖਿੱਚ ਕੇ ਤਾਣ ਕੇ ਤੇ ਛੱਡਣ ਲੱਗਾ। ਛੁੱਟ ਲਗਿਓ ਜਾਏ ਹੈ ਕਿ ਵਿਸਾਲ। ਉਹ ਜਿਹੜਾ ਤੀਰ ਸੀ ਭਾਈ ਲੱਖੂ ਜੀ ਦੇ ਘੋੜੇ ਨੂੰ ਵੱਡਾ ਆ ਕੇ ਲੱਗਿਆ। ਗਿਰ ਪਰਿਓ ਤਵੈ ਨ ਅਗਰ ਚਾਲ। ਭਾਈ ਲੱਖੂ ਜੀ ਦਾ ਘੋੜਾ ਮੈਦਾਨ ਵਿੱਚ ਡਿੱਗ ਪਿਆ, ਅੱਗੇ ਨਹੀਂ ਚੱਲ ਸਕਿਆ। ਲੱਖੂ ਸੋ ਵੀਰ ਉਤਰਿਓ ਤੁਰੰਤ। ਬਹੁਤ ਵੱਡਾ ਸੂਰਮਾ ਭਾਈ ਲੱਖੂ ਜੀ ਤੁਰੰਤ ਘੋੜੇ ਤੋਂ ਉਤਰ ਕੇ ਛਾਲ ਮਾਰ ਕੇ ਮੈਦਾਨ ਵਿੱਚ ਆਏ ਹਨ। ਕਹੇ ਰਹੋ ਠਾਂਡ ਤੋ ਕੋ ਹਨੰਤ। ਆਖਣ ਲੱਗੇ ਠਹਿਰ ਜਾ, ਖੜਾ ਰਹਿ, ਮੈਂ ਹੁਣੇ ਤੇਰਾ ਨਾਸ਼ ਕਰਦਾ ਹਾਂ। ਭਗ ਸੰਗ ਬੇਗ ਕਰ ਸਮੁਖ ਜਾਏ। ਤੇ ਦੌੜਦੇ ਹੋਏ ਝਟਪਟ ਲੱਖੂ ਜੀ ਸਾਹਮਣੇ ਆਏ ਹਨ। ਬ੍ਰਿੰਦ ਤੁਰਕ ਘੇਰਿਓ ਸੁਆਏ। ਇਤਨੇ ਨੂੰ ਬਹੁਤ ਸਾਰੇ ਤੁਰਕਾਂ ਨੇ ਭਾਈ ਲੱਖੂ ਜੀ ਨੂੰ ਘੇਰ ਲਿਆ। ਉਹ ਹਤੈ ਤੁਪਕ ਕੋ ਬਾਨ ਮਾਰ। ਕੋਈ ਬੰਦੂਕ ਦੀਆਂ ਗੋਲੀਆਂ ਚਲਾ ਰਿਹਾ ਹੈ, ਕੋਈ ਤੀਰ ਚਲਾ ਰਿਹਾ ਹੈ ਭਾਈ ਲੱਖੂ ਜੀ ਤੇ। ਸਭ ਤੇ ਬਚਾਏ ਮਾਰੰਤ ਛਾਰ। ਤੇ ਭਾਈ ਲੱਖੂ ਜੀ ਦਾ ਭਾਵੇਂ ਮੋਢੇ ਵਿੱਚ ਤੀਰ ਪਰੋਚਿਆ ਆ, ਖੂਨ ਦੀਆਂ ਤਤੀਰੀਆਂ ਵਗ ਰਹੀਆਂ, ਖੂਨ ਵਗਦਾ ਜਾ ਰਿਹਾ, ਪਰ ਇਹਦੇ ਬਾਵਜੂਦ ਕੋਈ ਅਗੰਮੀ ਚਾਹ ਚੜਿਆ ਹੋਇਆ ਜੰਗ ਦਾ। ਜਿਵੇਂ ਮਹਾਰਾਜ ਜੀ ਦੇ ਬਚਨ ਨੇ ਨਾ, ਰਣ ਦੇਖ ਸੂਰੇ ਚਿੱਤ ਉਲਾਸ, ਸੂਰਬੀਰ ਦਾ ਮਨ ਚਾਹ ਨਾਲ ਭਰ ਜਾਂਦਾ। ਉਹਨਾਂ ਨੂੰ ਪਰਵਾਹ ਹੀ ਨਹੀਂ ਹੈ ਕਿ ਮੇਰੇ ਤੀਰ ਲੱਗੇ ਹੋਏ ਨੇ, ਗੋਲੀਆਂ ਲੱਗੀਆਂ ਹੋਈਆਂ ਨੇ, ਬਸਤਰ ਖੂਨ ਨਾਲ ਸਾਰੇ ਭਿੱਜੇ ਹੋਏ ਨੇ। ਉਹ ਦੌੜ ਦੌੜ ਕੇ ਅੱਗੇ ਆ ਕੇ ਤੇ ਇਹਨਾਂ ਦੇ ਵਾਰਾਂ ਤੋਂ ਬਚ ਰਹੇ ਹਨ, ਆਪਣਾ ਬਚਾਓ ਕਰ ਰਹੇ ਹਨ। ਇਤਕ ਤੁਰੰਗ ਬਦਨ ਕਾਟ। ਔਰ ਇਸ ਤਰ੍ਹਾਂ ਕਈਆਂ ਘੋੜਿਆਂ ਦੇ ਅੰਗ ਵੀ ਭਾਈ ਲੱਖੂ ਜੀ ਦੇ ਖੜਗ ਨਾਲ ਕੱਟੇ ਗਏ ਹਨ ਤੁਰਕਾਂ ਦੇ। ਇਤ ਉਤ ਫਿਰੰਤ ਕਹਿ ਪਟਨ ਡਾਟ। ਔਰ ਇਸ ਤਰ੍ਹਾਂ ਦੇ ਨਾਲ ਸੂਰਮਿਆਂ ਨੂੰ ਡਾਂਟ ਰਹੇ ਹਨ, ਭਾਵ ਉਹਨਾਂ ਨੂੰ ਮਾਰ ਰਹੇ ਹਨ, ਝੜਕ ਰਹੇ ਹਨ। ਚਿਤ ਚਹਤ ਕੁਤਬ ਕੇ ਪਾਸ ਜਾਨ। ਔਰ ਚਿਤ ਚਹਿਤ ਕੁਤਬ ਕੇ ਪਾਸ ਜਾਣ, ਉਹਨਾਂ ਦੇ ਮਨ ਵਿੱਚ ਲਕਸ਼ੇ ਬਣਾਇਆ ਹੋਇਆ ਵੀ ਕੁਤਬ ਖਾਨ ਦੇ ਕੋਲ ਜਾ ਕੇ ਉਹਨੂੰ ਮਾਰਨਾ ਹੈ। ਉਹ ਪੰਜ ਵੀਰ ਰੋਕਿਓ ਮਹਾਨ। ਤੇ ਬਹੁਤ ਸਾਰੇ ਸੂਰਮੇ ਕਾਲੇ ਖਾਨ ਦੇ ਪੱਖ ਦੇ ਆ ਕੇ ਉਹਨਾਂ ਨੇ ਇਸ ਵੀਰ ਨੂੰ, ਮਹਾਨ ਸੂਰਮੇ ਦਾ ਅੱਗਾ ਰੋਕਿਆ ਹੋਇਆ ਹੈ। ਤੇ ਆਪ ਖੜਗ ਕੋ ਕਾਲ ਕਾਏ। ਔਰ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਖੜਗ ਤੋਂ ਬਚਾ ਕੇ ਤੇ ਦੂਜੇ ਨੂੰ ਘਾਵ ਦੇ ਰਹੇ ਹਨ। ਹੱਥ ਕਰੇ ਤੁਰਕ ਕੇ ਤਕ ਬਿਹਾਲ। ਇਸ ਤਰ੍ਹਾਂ ਬਹਾਦਰ ਭਾਈ ਲੱਖੂ ਜੀ ਨੇ ਕਈ ਤੁਰਕਾਂ ਦਾ ਨਾਸ਼ ਕਰ ਦਿੱਤਾ ਤੇ ਕਈਆਂ ਦੇ ਅੰਗ ਕੱਟੇ ਗਏ, ਹਾਲੋਂ ਬਿਹਾਲ ਹੋ ਰਹੇ ਹਨ। ਰਾਵ ਕਹਤ ਇੱਕ ਵੀਰ ਇਹ ਹੋ। ਫਿਰ ਚੌਧਰੀ ਕਹਿੰਦੇ ਨੇ ਸੈਨਿਕ, ਬਈ ਇਹ ਤਾਂ ਇੱਕੋ ਹੀ ਸੂਰਮਾ ਹੈ, ਕਿਉਂ ਡਰਤ ਜਾਤ ਸੰਘਾਰ ਲੈ ਹੋ। ਤੇ ਕਿਉਂ ਡਰ ਰਹੇ ਹੋ, ਜਾਓ ਜਾ ਕੇ ਇਕੱਠੇ ਇਸ ਨੂੰ ਪਕੜ ਲਵੋ। ਕੁਤਬ ਖਾਨ ਰਿਸ ਕੈ ਵਿਸਾਲ। ਫਿਰ ਕੁਤਬ ਖਾਨ ਬਹੁਤ ਕ੍ਰੋਧ ਵਿੱਚ ਆ ਕੇ ਫਿਰਿਓ ਤੁਰੰਗ ਸਰ ਕੋ ਨਿਕਾਲ। ਘੋੜੇ ਨੂੰ ਭਾਈ ਲੱਖੂ ਜੀ ਵੱਲ ਪ੍ਰੇਰਿਆ ਤੇ ਪੱਥੇ ਚੋਂ ਤੀਰ ਕੱਢਿਆ। ਕਪਾਲ ਕਾਵ ਕੋ ਕਾਲ ਦੀਨ। ਭਾਈ ਲੱਖੂ ਜੀ ਦੇ ਮਸਤਕ ਦਾ ਨਿਸ਼ਾਨਾ ਬਣਾ ਕੇ ਤੇ ਤੀਰ ਚਲਾਇਆ ਹੈ। ਵਿਧ ਗਇਓ ਤੁਰਤ ਛਿਤ ਗਿਰਨ ਕੀਨ। ਔਰ ਇਸ ਤਰ੍ਹਾਂ ਦੇ ਨਾਲ ਭਾਈ ਲੱਖੂ ਜੀ ਦਾ ਮਸਤਕ ਜਿਹੜਾ ਉਹ ਵਿੰਨਿਆ ਗਿਆ ਤੇ ਜ਼ਮੀਨ ਤੇ ਡਿੱਗੇ ਹਨ। ਟਿਕ ਟੁਕ ਮਲੇਛ ਮੁਰਛਾ ਨਿਹਾਰ। ਤੇ ਬੇਹੋਸ਼ੀ ਵਿੱਚ ਹਨ, ਹਾਲੇ ਸ਼ਹੀਦ ਨਹੀਂ ਹੋਏ ਤੇ ਤੁਰਕਾਂ ਨੇ ਦੇਖਿਆ ਵੀ ਬੇਹੋਸ਼ ਹੋ ਗਏ ਹਨ। ਸਿਰ ਦਿਓ ਕਾਟ ਅਸ ਕਰ ਪ੍ਰਹਾਰ। ਤੇ ਇਸ ਤਰ੍ਹਾਂ ਡਿੱਗੇ ਹੋਏ ਭਾਈ ਲੱਖੂ ਜੀ ਦਾ ਸਿਰ ਇਹਨਾਂ ਜ਼ਾਲਮਾਂ ਨੇ ਕੱਟ ਦਿੱਤਾ ਹੈ। ਲੱਖੂ ਸੋ ਬੀਰਿਮ ਮਰਨ ਕੀਨ। ਇਸ ਤਰ੍ਹਾਂ ਭਾਈ ਲੱਖੂ ਮਹਾਨ ਸੂਰਮੇ ਨੇ ਇਸ ਤਰ੍ਹਾਂ ਰਣ ਤੱਤੇ ਵਿੱਚ ਆਪਣੇ ਪ੍ਰਾਣ ਸਤਿਗੁਰੂ ਜੀ ਦੇ ਚਰਨਾਂ 'ਚ ਭੇਟਾ ਕਰਦਿਆਂ ਹੋਇਆਂ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਹੈ। ਤੁਰਕ ਜੰਗ ਕਰ ਪ੍ਰਾਨਹੀਨ। ਔਰ ਇਸ ਤਰ੍ਹਾਂ ਤੁਰਕਾਂ ਨੂੰ ਇਹ ਪ੍ਰਾਣਹੀਨ ਕਰਕੇ
ਤੇ ਭਾਈ ਲੱਖੂ ਜੀ ਨੇ ਜਾਮੇ ਸ਼ਹਾਦਤ ਪੀਤਾ ਹੈ। ਸੂਰ ਹੋਰ ਤਤ ਛਿਨ ਉਠਾਏ। ਔਰ ਇਸ ਤਰ੍ਹਾਂ ਦੇ ਨਾਲ ਹੋਰ ਵੀ ਸੂਰਮੇ ਜਿਹੜੇ ਹੈਗੇ ਨੇ ਉਹ ਜੰਗ ਕਰਦੇ ਪਏ ਨੇ। ਭਾਈ ਸਾਹਿਬ ਜੀ ਨੇ ਇੱਕ ਇਸਲਾਮ ਜਗਤ ਵਿੱਚ ਐਸਾ ਕਿਹਾ ਜਾਂਦਾ ਵੀ ਜਿਹੜਾ ਕੋਈ ਧਰਮ ਯੁੱਧ ਕਰਦਾ ਉਹਨੂੰ ਅਫਸਰਾਂ ਹੂਰਾਂ ਆ ਕੇ ਵਰਦੀਆਂ ਨੇ। ਉਹ ਅਖੇਪਤ ਉਹਨਾਂ ਨੇ ਇੱਥੇ ਪਾਇਆ ਵੀ ਇਸ ਤਰ੍ਹਾਂ ਉਹਨਾਂ ਨੂੰ ਵਰ ਲਿਆ ਹੈ। ਗੁਰਸਿੱਖਾਂ ਦੀ ਕੋਈ ਇੱਛਾ ਹੋਰਾਂ ਹਾਰਾਂ ਦੀ ਨਹੀਂ ਹੁੰਦੀ, ਨਾ ਮੁਕਤੀ ਦੀ ਹੁੰਦੀ ਹੈ। ਮਹਾਰਾਜ ਜੀ ਦੀ ਬਾਣੀ ਦੇ ਬਚਨ ਨੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਸਿੱਖ ਦਾ ਹਿਰਦਾ ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਦਾ ਹੈ ਤੇ ਸਿੱਖ ਨੂੰ ਕੋਈ ਹੋਰਾਂ ਆਦਿਕ ਵਰਨ ਆਉਣ ਉਹਨਾਂ ਦੇ ਲਾਲਚ ਵਿੱਚ ਨਹੀਂ ਜੰਗ ਕਰਦਾ, ਨਾ ਕਿਸੇ ਬਹਿਸ਼ਤ ਦੇ ਲਾਲਚ ਵਿੱਚ ਕਰਦਾ ਹੈ। ਸਿੱਖ ਸਿਰਫ ਗੁਰੂ ਦੇ ਪ੍ਰੇਮ ਵਿੱਚ ਜੇ ਲੋੜ ਪੈ ਜਾਏ ਤੇ ਆਪਣੇ ਪ੍ਰਾਣ ਭੇਟਾ ਕਰਦਾ ਹੈ। ਨਿਜ ਤਨ ਦਿਖਾਏ ਲੀ ਨਸ ਚੜਾਏ। ਇਸ ਤਰ੍ਹਾਂ ਦੇਵੀ ਸ਼ਕਤੀਆਂ ਨੇ ਆਪਣਾ ਰੂਪ ਦਿਖਾ ਕੇ ਪ੍ਰਗਟ ਹੋ ਕੇ ਭਾਈ ਲੱਖੂ ਜੀ ਦੀ ਆਤਮਾ ਨੂੰ ਬਿਬਾਨ ਤੇ ਚੜਾ ਲਿਆ। ਅਬ ਕੁਤਬ ਖਾਨ ਜਸ ਲੀਨ ਪਾਏ। ਤੇ ਭਾਈ ਲੱਖੂ ਜੀ ਨੂੰ ਸ਼ਹੀਦ ਕਰਨ ਦਾ ਮਾਣ ਕੁਤਬ ਖਾਨ ਨੂੰ ਮਿਲਿਆ ਹੈ। ਸਰ ਪ੍ਰਹਾਰ ਰਿਪਿਨੋ ਕਾਏ। ਔਰ ਇਸ ਤਰ੍ਹਾਂ ਦੇ ਨਾਲ ਖਰ ਸਰ ਪ੍ਰਹਾਰ ਰਿਪ ਇਹਨੂੰ ਘਾਏ। ਸਾਰੇ ਉਹਦੇ ਪੱਖ ਦੇ ਸੂਰਮੇ ਕਹਿੰਦੇ ਨੇ ਬਈ ਵੱਡੇ ਵੱਡੇ ਭਾਰੇ ਖੱਪਰੇ ਤੀਰ ਚਲਾ ਕੇ ਤੇ ਇਸਨੇ ਲੱਖੂ ਜੀ ਦੇ ਮਸਤਕ ਵਿੱਚ ਮਾਰ ਕੇ ਸ਼ਹੀਦ ਕਰ ਦਿੱਤਾ ਹੈ। ਲਗੇ ਲਹਨ ਦਹ ਦਿਸ ਸੁਭਟ। ਔਰ ਇਸ ਤਰ੍ਹਾਂ ਦੇ ਨਾਲ ਇਮ ਲੱਗੇ ਲਹਿ ਲਰਨ ਦਹਿ ਦਿਸ ਸੁਭਟ। ਇਸ ਤਰ੍ਹਾਂ ਦੋਵਾਂ ਪਾਸਿਆਂ ਦੇ ਸੂਰਮੇ ਆਪਸ ਵਿੱਚ ਜੰਗ ਕਰ ਰਹੇ ਹਨ। ਵਾਰ ਤੀਰ ਤੁਪਕਨ ਦਬਟ। ਬਹੁਤ ਬਲ ਨਾਲ ਤੀਰ ਚਲਾਏ ਜਾ ਰਹੇ ਨੇ, ਤਲਵਾਰਾਂ ਚਲਾਈਆਂ ਜਾ ਰਹੀਆਂ ਨੇ ਤੇ ਗੋਲੀਆਂ ਦੀ ਬਾਰਿਸ਼ ਹੋ ਰਹੀ ਹੈ। ਦੋਹਰਾ ਪੈਂਦ ਖਾਨ ਕੀ ਦਿਸ਼ਾ ਤਬ ਦੇਖਿਓ ਕਾਲੇ ਖਾਨ। ਜਦ ਭਾਈ ਲੱਖੂ ਸ਼ਹੀਦ ਹੋ ਗਿਆ ਤੇ ਫਿਰ ਕਾਲੇ ਖਾਨ ਜਿਹੜਾ ਇਸ ਲੱਖ ਦੇ ਕਰੀਬ ਸੈਨਾ ਦਾ ਵੱਡਾ ਜਰਨੈਲ ਸੀ, ਉਸਨੇ ਪੈਂਦੇ ਖਾਨ ਵੱਲ ਦੇਖਿਆ ਹੈ। ਅਬ ਤੇ ਆਛੋ ਕੋ ਸਮੈ ਗਹੋ ਗੁਰੂ ਬਲ ਠਾਰ। ਆਖਣ ਲੱਗਾ ਪੈਂਦੇ ਖਾਨ ਹੁਣ ਇਸ ਤੋਂ ਵਧੀਆ ਸਮਾਂ ਹੋਰ ਨਹੀਂ ਮਿਲ ਸਕਦਾ। ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਖੜੇ ਨੇ, ਥੋੜੇ ਜਿਹੇ ਸੈਨਿਕ ਨੇ ਤੇ ਜਾ ਕੇ ਦੌੜ ਕੇ ਫੜ ਕੇ ਲੈ ਆ। ਰਸਾਵਲ ਛੰਦ ਸੁਨੀ ਪੈਂਦ ਖਾਨ ਮਹਾਕੋਪ ਕਾਨ। ਇਸ ਤਰ੍ਹਾਂ ਸੁਨੀ ਪੈਂਦ ਖਾਨਾ ਮਹਾਕੋਪ ਠਾਨਾ, ਬੜਾ ਕ੍ਰੋਧੀ ਹੋਇਆ ਪੈਂਦੇ ਖਾਂ ਇਹ ਗੱਲ ਸੁਣ ਕੇ। ਅਬੈ ਜਾਓ ਹੇਰੋਂ ਜਥਾ ਓਜ ਮੇਰੋ। ਆਖਣ ਲੱਗਾ ਮੈਂ ਕਾਲੇ ਖਾਨ ਜੀ ਹੁਣੇ ਜਾਂਦਾ ਤੇ ਤੁਸੀਂ ਫਿਰ ਮੇਰਾ ਬਲ ਦੇਖਣਾ, ਮੇਰਾ ਜੰਗ ਕਰਨ ਦਾ ਢੰਗ ਦੇਖਣਾ। ਹੂੰ ਇੱਕ ਬਾਰੀ ਹਯੰ ਤੇ ਉਤਾਰੀ। ਮੈਂ ਇੱਕੋ ਵਾਰ ਜਾਂਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਂਹ ਫੜ ਕੇ ਤੇ ਘੋੜੇ ਤੋਂ ਲਾਹ ਲੈਣਾ ਹੈ। ਲਿਆਵੋਂ ਉਠਾਈ ਨਾ ਤੇਰੰਗ ਲਗਾਈ। ਤੇ ਉਸੇ ਵੇਲੇ ਮੈਂ ਚੁੱਕ ਕੇ ਲੈ ਆਉਣਾ, ਜਰਾ ਦੇਰ ਨਹੀਂ ਲੱਗਣੀ। ਵਿਖੀ ਜੈ ਤਮਾਸਾ ਬਲੰਗ ਸੋਈ ਵਿਸਾਸਾ। ਵਿਖੀ ਜੈ ਤਮਾਸ਼ਾ ਬਲੰਗ ਮੈਂ ਇਸ ਬਿਸਾਸਾ। ਮੇਰੇ ਬਲ ਤੇ ਵਿਸ਼ਵਾਸ ਕਰੋ ਤੇ ਜੰਗ ਦਾ ਤਮਾਸ਼ਾ ਦੇਖੋ। ਨਹੀਂ ਸੰਸ ਕੀ ਜੈ ਕਹੇ ਪੈ ਪਤੀ ਜੈ। ਮੇਰੇ ਬਲ ਤੇ ਸ਼ੰਕਾ ਨਾ ਕਰੋ, ਜੋ ਮੈਂ ਕਿਹਾ ਉਹ ਮੈਂ ਕਰ ਦੇਵਾਂਗਾ। ਭਾਵ ਹੁਣੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੱਫਾ ਭਰ ਕੇ ਚੁੱਕ ਕੇ ਲੈ ਆਵਾਂਗਾ। ਬੈ ਖਾਨ ਕਾਲੇ ਸਰਾਹਿਓ ਵਿਸਾਲੇ। ਤੇ ਕਾਲੇ ਖਾਨ ਨੇ ਬੜੀ ਤਾਰੀਫ ਕੀਤੀ, ਆਖਿਆ ਸਾਨੂੰ ਤੇਰੇ ਬਲ ਤੇ ਪਹਿਲਾਂ ਹੀ ਭਰੋਸਾ ਹੈ, ਹੁਣ ਜਾ ਛੇਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਲੈ ਆ। ਸਥਾ ਸਾਹੋ ਪਾਸੀ ਗਿਰਾ ਤੈ ਪ੍ਰਕਾਸੀ। ਜਿਵੇਂ ਬਾਦਸ਼ਾਹ ਦੇ ਕੋਲ ਤੂੰ ਆਖਿਆ ਸੀ ਨਾ ਵੀ ਮੈਂ ਝਟਪਟ ਜਾ ਕੇ ਫੜ ਲਿਆਵਾਂਗਾ, ਮੇਰੇ ਜਿੰਨੀ ਤਾਕਤ ਉਹਨਾਂ ਵਿੱਚ ਨਹੀਂ ਹੈ ਤੇ ਹੁਣ ਸਾਹਮਣੇ ਖੜੇ ਨੇ, ਪਕੜ ਕੇ ਲਿਆ। ਕਹੋ ਸੋ ਗੁਰੂ ਮੈਂ ਬਚੈ ਨਾਹੀ ਭੂ ਮੈਂ। ਔਰ ਇਸ ਤਰ੍ਹਾਂ ਦੇ ਨਾਲ ਤੂੰ ਕਿਹਾ ਸੀ ਵੀ ਮੈਂ ਗੁਰੂ ਸਾਹਿਬ ਨੂੰ ਜ਼ਮੀਨ ਤੇ ਨਹੀਂ ਰਹਿਣ ਦੇਵਾਂਗਾ, ਭਾਵ ਜ਼ਿੰਦਾ ਨਹੀਂ ਛੱਡਾਂਗਾ। ਕਰੋ ਬਾਤ ਪੂਰੀ ਚਲੇ ਲੈ ਹਜੂਰੀ। ਆਪਣੀ ਆਖੀ ਹੋਈ ਗੱਲ ਪੂਰੀ ਕਰ। ਤੇ ਬਾਦਸ਼ਾਹ
ਦੇ ਹਜ਼ੂਰ ਲੈ ਕੇ ਚੱਲ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਧਨੈ ਫੇਰ ਪੈਂਦਾ ਨਹੀਂ ਤਰਾਸ ਕਹਿੰਦਾ। ਫੇਰ ਪੈਂਦੇ ਖਾਂ ਕਹਿਣ ਲੱਗਾ ਵੀ ਖਾਨ ਬਹਾਦਰ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ, ਮੇਰਾ ਸਰੀਰ ਤਾਂ ਇੰਨਾ ਮਜ਼ਬੂਤ, ਇਹਨਾਂ ਦੇ ਤੀਰ ਤਾਂ ਮੇਰੇ ਸਰੀਰ 'ਚ ਵੱਜ ਹੀ ਨਹੀਂ ਸਕਦੇ, ਉੱਪਰੋਂ ਮੈਂ ਸੰਜੋਏ ਪਹਿਨੀ ਹੋਈ, ਔਰ ਇਸ ਢੰਗ ਦੇ ਨਾਲ ਮੈਂ ਬਲੀ ਬਹੁਤ ਹਾਂ, ਜੋ ਮੈਂ ਕਿਹਾ ਹੁਣੇ ਕਰਾਂਗਾ। ਜਬੈ ਜਾਉ ਆਗੈ ਗੁਰੂ ਜੰਗ ਲਾਗੈ। ਬਸ ਤੁਸੀਂ ਦੇਖੋ, ਜਦੋਂ ਗੁਰੂ ਦੇ ਨਾਲ ਮੈਂ ਜੰਗ ਕਰਨ ਲੱਗਿਆ ਅੱਗੇ ਜਾ ਕੇ, ਲੀਜੈ ਰੋਕੇ ਔਰੀ ਪਰੋਂ ਜਾਏ ਕੌਰੀ। ਤੁਸੀਂ ਇਸ ਤਰ੍ਹਾਂ ਕਰਨਾ ਵੀ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਲਾਵਾ ਭਰ ਕੇ ਆਪਣੇ ਮੋਢੇ ਤੇ ਸੁੱਟ ਕੇ ਲੈ ਕੇ ਆਵਾਂਗਾ, ਤੇ ਗੁਰੂ ਦੇ ਜਿਹੜੇ ਦੂਜੇ ਸੈਨਿਕ ਨੇ ਉਹਨਾਂ ਨੂੰ ਰੋਕੀ ਰੱਖਣਾ, ਉਹ ਨਾ ਅੱਗੇ ਆ ਜਾਣ, ਉਹਨਾਂ ਨੂੰ ਪਰੇ ਤੀਰ ਗੋਲੀਆਂ ਨਾਲ ਪਰੇ ਹੀ ਰੱਖਣਾ। ਦਿਖਾਵੋ ਤਮਾਸ਼ਾ ਸੋਭਾਕੰ ਪ੍ਰਕਾਸ਼ਾ। ਜੋ ਮੈਂ ਗੱਲਾਂ ਕਹੀਆਂ ਨੇ ਉਹ ਤਮਾਸ਼ਾ ਹੁਣੇ ਦਿਖਾਉਂਦਾ ਹਾਂ। ਉਹ ਜੇ ਐਸੇ ਬਰਸੀ ਹੋਏ ਜੈਸੇ। ਔਰ ਇਸ ਤਰ੍ਹਾਂ ਦੇ ਨਾਲ ਮੈਂ ਬਲ ਦਿਖਾਵਾਂਗਾ ਕਿ ਗੁਰੂ ਸਾਹਿਬ ਮੇਰੇ ਵਸ ਵਿੱਚ ਹੋ ਜਾਣਗੇ, ਭਾਵ ਮੈਂ ਉਹਨਾਂ ਨੂੰ ਕਾਬੂ ਕਰ ਲਵਾਂਗਾ। ਨਹੀਂ ਆਨੇ ਆਵੇ ਗੁਰੂ ਨਾ ਛੁਡਾਵੇ। ਬਸ ਇੰਨਾ ਤੁਸੀਂ ਕਰਨਾ ਵੀ ਹੋਰ ਕੋਈ 10 20 50 ਉਹਨਾਂ ਦੇ ਸੂਰਮੇ ਆ ਕੇ ਤੇ ਮੇਰੇ ਕੋਲੋਂ ਗੁਰੂ ਸਾਹਿਬ ਨੂੰ ਛੁਡਾ ਨਾ ਲੈਣ। ਮੈਂ ਸਾਵਧਾਨਾ ਦ੍ਰਿੜੰ ਜੰਗ ਥਾਨਾ। ਜੰਗ ਦੇ ਮੁਕਾਮ ਦ੍ਰਿੜ ਹੋ ਕੇ ਤੁਹਾਡੇ ਸੂਰਮੇ ਸਾਵਧਾਨ ਹੋ ਕੇ ਖੜੇ ਰਹਿਣ। ਮੀ ਖਾਨ ਕਾਲੀ ਸੋ ਬੀਰੰ ਵਿਸਾਲੇ। ਜਦੋਂ ਇਹ ਗੱਲ ਪੈਂਦੇ ਖਾਨ ਦੀ ਕਾਲੇ ਖਾਨ ਨੇ ਸੁਣੀ ਤੇ ਫਿਰ ਜਿਹੜੇ ਵੱਡੇ ਵੱਡੇ ਸੂਰਮੇ ਸਨ ਇਹਨਾਂ ਦੀ ਸੈਨਾ ਦੇ, ਲਏ ਵੀਰ ਬੇਨੰ ਜੁਦੇ ਬ੍ਰਿੰਦ ਕੀਨੰ। ਉਹਨਾਂ ਵਿੱਚੋਂ ਵੀ ਚੁਣ ਚੁਣ ਕੇ ਕੁਝ ਸੂਰਮੇ ਵੱਖਰੇ ਕਰ ਲਏ। ਸਭੀ ਕੋ ਸੁਨਾਈ ਅਬੈ ਪੈਂਦੇ ਜਾਈ। ਸਾਰਿਆਂ ਨੂੰ ਉੱਚੀ ਆਵਾਜ਼ 'ਚ ਕਾਲੇ ਖਾਂ ਕਹਿਣ ਲੱਗਾ ਵੀ ਦੇਖੋ ਹੁਣੇ ਹੀ ਪੈਂਦੇ ਖਾਨ, ਪਯੰਦਾ ਖਾਨ ਇਹਦਾ ਨਾਮ ਸੀ, ਪੈਂਦੇ ਖਾਨ ਹੁਣੇ ਜਾ ਰਿਹਾ ਹੈ ਤੇ ਜੰਗ ਨੂੰ ਖਤਮ ਕਰ ਦੇਵੇਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਲਿਆਵੇਗਾ। ਬਣੀ ਜੈਸਾ ਹਾਈ ਰਹੋ ਘਾਤ ਲਾਈ। ਬਸ ਤੁਸੀਂ ਘਾਤ ਲਾ ਕੇ ਖੜੇ ਰਹੋ। ਜਦੋਂ ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਲਾਵਾ ਭਰ ਕੇ ਆਪਣੇ ਮੋਢਿਆਂ ਤੇ ਚੁੱਕ ਕੇ ਸੁੱਟ ਕੇ ਲਿਆਵੇਗਾ ਤੇ ਤੁਸੀਂ ਲਾਗੇ ਪਹੁੰਚ ਜਾਣਾ। ਗੁਰੂ ਵੀਰ ਜੀ ਤੇ ਰਖੋ ਰੋਕ ਤੇ। ਗੁਰੂ ਸਾਹਿਬ ਦੇ ਜਿਤਨੇ ਸੂਰਮੇ ਨੇ ਉਹਨਾਂ ਸਾਰਿਆਂ ਨੂੰ ਰੋਕੀ ਰੱਖਣਾ, ਕੋਈ ਇਹਦੇ ਲਾਗੇ ਨਾ ਆਵੇ। ਉੱਚੈ ਨਾ ਜਾਈ ਨਾ ਲੇਵੈ ਛੁਟਾਈ। ਐਸਾ ਨਾ ਹੋਵੇ 10 20 50 ਸੂਰਮੇ ਆ ਜਾਣ ਤੇ ਇਹਦੇ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੁਡਾ ਲੈਣ। ਮੈਂ ਅਰਜ਼ ਕਰਾਂ, ਇਹ ਤਾਂ ਇੱਕ ਵਾਰੀ ਕਹਿੰਦੇ ਨੇ ਵੀ ਚੂਹਿਆਂ ਨੇ ਵੀ ਮਤਾ ਕੀਤਾ ਸੀ ਬਈ ਜਿਹੜੀ ਬਿੱਲੀ ਹੈ ਸਾਡਾ ਬੜਾ ਨੁਕਸਾਨ ਕਰਦੀ ਹੈ, ਤੇ ਇਹਦੇ ਗਲ ਵਿੱਚ ਇੱਕ ਟੱਲੀ ਪਾ ਦੇਈਏ, ਜਦੋਂ ਇਹ ਆਇਆ ਕਰੇ ਟੱਲੀ ਵੱਜਿਆ ਕਰੇ ਤੇ ਅਸੀਂ ਦੌੜ ਕੇ ਖੁੱਡ 'ਚ ਵੜ ਜਾਇਆ ਕਰੀਏ। ਉਹਨਾਂ ਵਿੱਚ ਇੱਕ ਬਜ਼ੁਰਗ ਚੂਹਾ ਸੀ, ਉਹ ਕਹਿਣ ਲੱਗਾ ਇਹ ਤਾਂ ਗੱਲ ਤਾਂ ਠੀਕ ਹੈ, ਤੁਸੀਂ ਕਿਹਾ ਵੀ ਗਲ 'ਚ ਟੱਲੀ ਪਾ ਦਿਓ, ਆਵੇਗੀ ਟੱਲੀ ਵੱਜੇਗੀ, ਛਾਲਾਂ ਮਾਰੇਗੀ, ਅਸੀਂ ਲੁਕ ਜਾਵਾਂਗੇ, ਪਰ ਇਹ ਦੱਸੋ ਬਈ ਉਹਦੇ ਗਲ 'ਚ ਟੱਲੀ ਪਾਵੇਗਾ ਕੌਣ? ਤੁਹਾਡੇ 'ਚੋਂ ਕਿਹੜਾ ਚੂਹਾ ਹੈ ਜਿਹੜਾ ਉਹਦੇ ਗਲ 'ਚ ਟੱਲੀ ਪਾਵੇਗਾ? ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਲੈ ਆ ਇੰਨਾ ਤਗੜਾ ਸਿੱਧਾ ਰੁੱਖ ਤੇ ਚੜ ਜਾਂਦਾ, ਪਰ ਸੱਤੀਆਂ ਤੇ ਛਾਲਾਂ ਮਾਰਦਾ, ਉੱਥੋਂ ਦਾਣੇ ਖਾ ਲੈਂਦਾ, ਤੇ ਕਈ ਵਾਰੀ ਰਸੋਈਆਂ 'ਚ ਵੜ ਕੇ ਤੇ ਭਾਂਡੇ ਵੀ ਭੰਨ ਦਿੰਦਾ। ਇਹ ਟੱਲੀ ਪਾ ਦੇ। ਉਹ ਕਹਿਣ ਲੱਗਾ, ਨਹੀਂ ਮੈਂ ਕਦੀ ਟੱਲੀ ਪਾਈ ਨਹੀਂ, ਕਿਸੇ ਹੋਰ ਨੂੰ ਆਖੋ। ਇੰਨੇ ਚਿਰ ਨੂੰ ਬਿੱਲੀ ਆ ਗਈ ਤੇ ਫਿਰ ਸਾਰੇ ਨਜ਼ਰ ਨਾ ਆਉਣ, ਟੱਲੀ ਕਿਤੇ, ਚੂਹੇ ਕਿਤੇ ਤੇ ਖੁੱਡਾਂ ਕਿਤੇ। ਪਰ ਇੱਧਰ ਤਾਂ ਮੈਂ ਅਰਜ਼ ਕਰਾਂ, ਸ਼ੇਰਾਂ ਦੇ ਮਹਾ ਸ਼ੇਰ ਨੇ ਗੁਰੂ ਹਰਗੋਬਿੰਦ ਸਾਹਿਬ। ਇਹ ਕਹੀ ਤਾਂ ਜਾਂਦਾ ਜੀ ਮੈਂ ਤਾਂ ਫੜ ਕੇ ਲੈ ਆਉਣਾ, ਮੋਢੇ ਤੇ ਸੁੱਟ ਕੇ ਲੈ ਆਉਣਾ, ਪਰ ਅੱਗੇ ਬੱਬਰ ਸ਼ੇਰ ਦੇ ਮਹਾ ਸ਼ੇਰ ਦਾ ਸ਼ਿਕਾਰ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ। ਅੱਗੇ ਕੋਈ ਮਾਮੂਲੀ ਸੂਰਮਾ ਹੈ ਜਿਹੜਾ ਜਾਏਗਾ ਤੇ ਫੜ ਕੇ ਲੈ ਆਵੇਗਾ? ਸੁਨੇ ਬੈਨ ਕਾਨਾ ਪਏ ਸਾਵਧਾਨ। ਇਹ ਜਿਹੜੇ ਕਾਲੇ ਖਾਨ ਨੇ ਚੰਗੇ ਚੰਗੇ ਸੂਰਮਿਆਂ ਚੋਂ ਚੰਗੇ ਚੰਗੇ ਛਾਂਟ ਕੇ ਆਖਿਆ ਵੀ ਤਗੜੇ ਹੋ ਜਾਓ,
ਇਹ ਕੰਨਾਂ ਨਾਲ ਉਹਦੀ ਗੱਲ ਸੁਣ ਕੇ ਤੇ ਤਿਆਰ ਹੋ ਗਏ। ਫੰਗੈ ਕੇ ਚਾਂਪੂ ਗਹੇ ਤਾਰ ਦਾਪੂ। ਬੜੇ ਹੰਕਾਰ ਨਾਲ ਭਰੇ ਹੋਏ, ਕਿਸੇ ਨੇ ਬੰਦੂਕ ਪਕੜੀ ਹੋਈ, ਕਿਸੇ ਨੇ ਧਨੁਸ਼ ਪਕੜਿਆ ਹੋਇਆ ਹੈ। ਘੇਰੋ ਕੇ ਸਾਰੇ ਲਹਿਰੈਂਦੇ ਮਾਰੇ। ਆਖਣ ਲੱਗੇ ਅਸੀਂ ਸਾਰਿਆਂ ਨੂੰ ਰੋਕੀ ਰੱਖਾਂਗੇ ਤੇ ਜੇ ਲੜਨਗੇ ਤੇ ਮਾਰ ਦੇਵਾਂਗੇ, ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਛੁਡਾਉਣ ਨਹੀਂ ਦੇਵਾਂਗੇ। ਦੋਹਰਾ ਸਭ ਮੈਂ ਤਬ ਅਸਮਾਨ ਖਾਨ ਲਖਿਓ ਬਹਾਦਰ ਪੂਰ। ਅਸਮਾਨ ਖਾਨ ਨੂੰ ਦੇਖਿਆ ਵੀ ਇਹ ਵੀ ਬੜਾ ਬਹਾਦਰ ਹੈ ਸਾਰਿਆਂ ਵਿੱਚ। ਜਿਉ ਮੁਖੈ ਤਿਨ ਕੋ ਵਿਖੈ ਪੂਰਨ ਸੂਰ ਗਰੂਰ। ਉਹਨੂੰ ਸਾਰਿਆਂ ਦਾ ਮੁਖੀ ਬਣਾ ਦਿੱਤਾ। ਜਿਹੜੇ ਤਗੜੇ ਤਗੜੇ ਸੂਰਮੇ ਚੁਣੇ ਸਨ ਉਹਨਾਂ ਵਿੱਚੋਂ ਭਾਈ ਸਾਹਿਬ ਜੀ ਲਿਖਦੇ ਨੇ ਵੀ ਅਸਮਾਨ ਖਾਨ ਨੂੰ ਉਹਨਾਂ ਦਾ ਮੁਖੀ ਬਣਾਇਆ, ਜਿਹੜਾ ਬੜਾ ਸੂਰਮਾ ਹੈ ਤੇ ਬੜੇ ਆਪਣੇ ਬਲ ਦੀ ਹਉਮੈ ਵਿੱਚ ਹੈ। ਬੰਦ ਟੋਲ ਇੱਕ ਥਲ ਪਏ ਬੀਨੇ ਪਟ ਜੇ ਜਾਲ। ਜਿਹੜੇ ਕਾਫੀ ਸਾਰੇ ਸੂਰਮੇ ਇਹਨਾਂ ਨੇ ਚੁਣ ਚੁਣ ਕੇ ਰੱਖੇ ਸਨ, ਆਖਰੀ ਹੱਲਾ ਕਰਨਾ ਚਾਹੁੰਦੇ ਸਨ, ਉਹ ਇੱਕ ਪਾਸੇ ਕਰ ਲਏ ਹਨ ਸਾਰੇ। ਤਿਸ ਪੈਂਦਾ ਪ੍ਰਥਕ ਹੈ ਪ੍ਰੇਰਨ ਕੀ ਨਸਕਾਲ। ਭਾਈ ਸਾਹਿਬ ਲਿਖਦੇ ਨੇ ਮੌਤ ਦਾ ਹਿੱਕਿਆ ਹੋਇਆ, ਮੌਤ ਦਾ ਪ੍ਰੇਰਿਆ ਹੋਇਆ, ਭਾਵ ਮੌਤ ਇਹਨੂੰ ਬੁਲਾ ਰਹੀ। ਉਹ ਸਾਰੇ ਸੂਰਮੇ ਇੱਕ ਪਾਸੇ, ਇਹ ਇਕੱਲਾ ਸਤਿਗੁਰੂ ਜੀ ਨੂੰ ਫੜਨ ਵਾਸਤੇ ਇੱਕ ਪਾਸੇ ਹੋਇਆ ਹੈ। ਮਕ ਹਰਾਮੀ ਤੁਰਕ ਬਨ ਮਰ ਹੈ ਬੈਸ ਪਾਏ। ਭਾਈ ਸਾਹਿਬ ਲਿਖਦੇ ਨੇ ਵੀ ਇਹ ਨਮਕ ਹਰਾਮੀ ਹੈ ਤੇ ਆਪ ਯਸ਼ ਪਾ ਕੇ ਭਾਵ ਖੁਆਰ ਹੋ ਕੇ ਮਰੇਗਾ। ਲਖ ਕਰ ਦੀਰਗ ਬਲ ਆਪਨ ਰਹਿਓ ਮੂਢ ਗਰਬਾਏ। ਆਪਣੇ ਸਰੀਰ ਦਾ ਬਲ ਦੇਖ ਕੇ ਮੂਰਖ ਹਉਮੈ ਕਰ ਰਿਹਾ ਹੈ। ਸਤਿਗੁਰ ਸਭ ਜਾਣ ਕੈ ਚਪਲ ਕੁਦਾਏ ਤੁਰੰਗ। ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਕੁਝ ਜਾਣੀ ਜਾਣ ਹਨ ਤੇ ਆਪਣੇ ਘੋੜੇ ਨੂੰ ਕੁਦਾ ਰਹੇ ਹਨ। ਵੇ ਪ੍ਰਥਕ ਬਲ ਕਰਨ ਕੋ ਪਟ ਬਰਜੇ ਨਿਜ ਸੰਗ। ਆਪਣੇ ਆਪ ਸੂਰਮਿਆਂ ਨੂੰ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਸਾਰੇ ਇੱਕ ਪਾਸੇ ਹੋ ਜਾਓ, ਪੈਂਦੇ ਖਾਨ ਆ ਰਿਹਾ ਤੇ ਅਸੀਂ ਇਹਦੇ ਨਾਲ ਜੰਗ ਕਰਨਾ, ਸਾਡੇ ਨਾਲ ਜੰਗ ਕਰਨ ਵਾਸਤੇ ਆ ਰਿਹਾ ਹੈ। ਹੋ ਸਥਰ ਰਣ ਸਮੁਖ ਹੋਇ ਹਤੋ ਤੁਫੰਗ ਕਰਾਲ। ਸਾਹਮਣੇ ਤੁਸੀਂ ਬਾਕੀ ਸੂਰਮਿਆਂ ਨਾਲ ਭਿਆਨਕ ਜੰਗ ਕਰੋ ਤੇ ਬੰਦੂਕਾਂ ਦਾ ਵਾਰ ਕਰੋ। ਵਿਧੀ ਚੰਦ ਪਟ ਬ੍ਰਿੰਦ ਜੁਤ ਠਾਂਡੋ ਕੀਨ ਵਿਸਾਲ। ਤੇ ਬਹਾਦਰ ਬਾਬਾ ਬਿਧੀ ਚੰਦ ਜੀ ਜੋ ਮਹਾਨ ਸੂਰਬੀਰ ਹਨ, ਉਹਨਾਂ ਦੇ ਨਾਲ ਹੋਰ ਸੈਨਾ ਨੂੰ ਖੜਾ ਕੀਤਾ ਹੈ। ਹਮਲਾ ਕਰ ਤੁਰਕਨ ਪਰੇ ਦੇਖੋ ਬਨ ਸਬਧਾਨ। ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਸਾਹਿਬ ਆਖਣ ਲੱਗੇ, ਬਿਧੀ ਚੰਦ ਜੀ ਤੁਸੀਂ ਦੇਖਣਾ ਤੁਰਕ ਸਾਰੇ ਇੱਕਦਮ ਹੱਲਾ ਕਰਕੇ ਨਾ ਆ ਜਾਣ, ਸਾਵਧਾਨ ਰਹਿਣਾ। ਇਤ ਹਮ ਟਿਕ ਜੋ ਆਏ ਹੈ ਕਰੈ ਸ਼ਤਰੂ ਕੋ ਹਾਨ। ਤੇ ਸਾਡਾ ਚਿੰਤਾ ਨਹੀਂ ਕਰਨੀ, ਸਾਡੇ ਵੱਲ ਜਿਹੜਾ ਦੁਸ਼ਮਣ ਬਣ ਕੇ ਆਵੇਗਾ ਉਹਦਾ ਨਾਸ਼ ਹੋ ਜਾਏਗਾ। ਆਇਸ ਸਗਰੇ ਥਿਰੇ ਤੀਰ ਤੁਫੰਗ ਪਰਹਾਰ। ਮਹਾਰਾਜ ਜੀ ਦੀ ਆਗਿਆ ਸੁਣ ਕੇ ਇਹ ਜਿਹੜੇ ਤੁਰਕ ਸੈਨਿਕ ਨੇ ਨਾ, ਇਹ ਆਪਣੀ ਮਰਜ਼ੀ ਨਾਲ ਵੀ ਲੜਨ ਲੱਗ ਪੈਂਦੇ, ਜਰਨੈਲ ਦੀ ਪਰਵਾਹ ਨਹੀਂ ਕਰਦੇ। ਪਰ ਗੁਰਸਿੱਖਾਂ ਵਿੱਚ ਬੜੀਆਂ ਵਡਿਆਈਆਂ ਨੇ, ਜਿੱਥੇ ਵੱਡੇ ਢੀਲ ਡੋਲ ਵਾਲੇ ਨੇ, ਵੱਡੇ ਸੂਰਬੀਰ ਨੇ, ਵੱਡੇ ਸ਼ਸਤਰ ਧਾਰੀ ਨੇ, ਵੱਡੇ ਯੁੱਧ ਕਲਾ ਕੌਸ਼ਲ ਦੇ ਗਿਆਤਾ ਨੇ, ਉੱਥੇ ਵੱਡੇ ਹੁਕਮੀ ਬੰਦੇ ਵੀ ਨੇ, ਮਹਾਰਾਜ ਦੀ ਆਗਿਆ ਮੰਨਦੇ ਨੇ। ਜੋ ਸਤਿਗੁਰੂ ਕਹਿੰਦੇ ਨੇ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਪੇਸ਼ ਕਰਦੇ ਹਨ। ਮਹਾਰਾਜ ਜੀ ਦੀ ਆਗਿਆ ਸੁਣ ਕੇ ਆਗਿਆ ਵਿੱਚ ਆਏ ਹਨ ਤੇ ਤੀਰ ਤੁਫੰਗਾਂ ਦਾ ਪ੍ਰਹਾਰ ਉਧਰ ਨੂੰ ਕਰ ਰਹੇ ਹਨ। ਬਦੈ ਅਗਰ ਤਿਸ ਕੋ ਹਤੈ ਆਪ ਬਦੈ ਅਰ ਮਾਰ। ਇਸ ਤਰ੍ਹਾਂ ਜਿਹੜਾ ਮਹਾਰਾਜ ਜੀ ਵੱਲ ਨੂੰ ਅੱਗੇ ਵੱਧਦਾ ਉਸ ਤੇ ਸਾਰੇ ਹਮਲਾ ਕਰਦੇ ਨੇ, ਤੀਰ ਗੋਲੀਆਂ ਨਾਲ ਮਾਰ ਦਿੰਦੇ ਹਨ। ਗੁਰ ਦਿੱਤਾ ਤਨ ਗਏ ਸਰਖਰ ਕੋ ਬਰ ਖਾਏ। ਤੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਉਹਨਾਂ ਨੇ ਵੀ ਜੰਗ ਵਿੱਚ ਧਨੁਸ਼ ਪਕੜਿਆ ਹੋਇਆ, ਦੂਜੇ ਪਾਸੇ ਉਹ ਵੀ ਤੀਰਾਂ ਦੀ ਬਾਰਿਸ਼ ਕਰ ਰਹੇ ਹਨ। ਸਤਰਨ ਕੋ ਸਨਮੁਖ ਥਰਿਓ ਰਣ ਮੈਂ ਗਨ ਉਥਲਾਏ। ਔਰ ਇਸ ਤਰ੍ਹਾਂ ਦੇ ਨਾਲ ਸਤਰਤ ਕੇ ਸਨਮੁਖ ਥਰਿਓ ਰਣ ਮੈਂ ਗਨ ਉਥਲਾਏ। ਦੁਸ਼ਮਣ ਦਲ ਦੇ ਸਾਹਮਣੇ ਬਾਬਾ ਗੁਰਦਿੱਤਾ ਜੀ ਖੜੇ ਹਨ
ਤੇ ਦੁਸ਼ਮਣਾਂ ਨੂੰ ਪਲਟਾ ਪਲਟਾ ਕੇ ਸੁੱਟ ਰਹੇ ਹਨ। ਧੁੰਦ ਤੁਫੰਗ ਖੋਲਦ ਕਰ ਅਰ ਕੈ ਅੰਗ ਪਰੋਏ। ਇਸ ਤਰ੍ਹਾਂ ਦੇ ਨਾਲ ਝਟਪਟ ਤੇਜ ਘੋੜਾ ਦੇਖਦੇ ਹਨ ਔਰ ਬੁਲੰਦ ਕਰ ਦੌੜਾ ਕੇ ਘੋੜਾ ਬਾਬਾ ਗੁਰਦਿੱਤਾ ਸਾਹਿਬ ਦੁਸ਼ਮਣਾਂ ਦੇ ਅੰਗਾਂ ਵਿੱਚ ਤੀਰ ਤੇ ਬਰਸੀਆਂ ਪਰੋਈ ਜਾਂਦੇ ਹਨ। ਲਰੈ ਮਰੈ ਪਟ ਪਰ ਤਰੈ ਸਗਰੇ ਕਲਮਲ ਖੋਏ। ਜਿਹੜੇ ਸੂਰਮੇ ਗੁਰੂ ਦੀ ਰਜ਼ਾ ਵਿੱਚ ਲੜ ਰਹੇ ਹਨ ਤੇ ਪ੍ਰਾਣ ਭੇਟਾ ਕਰ ਰਹੇ ਹਨ, ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਗਏ ਹਨ ਤੇ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਵਾਨ ਹੋ ਰਹੇ ਹਨ। ਦਿਖਾਨੇ ਅਰ ਗੁਰੂ ਕੋ ਸੁਨੋ ਜੰਗ ਜਮਕੀਨ। ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੇ, ਜਿਵੇਂ ਪੈਂਦੇ ਖਾਨ ਦਾ ਤੇ 6ਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੰਗ ਹੋਇਆ, ਜੋ ਜੰਗ ਉਹਨਾਂ ਦੁਆਰਾ ਕੀਤਾ ਗਿਆ ਉਹ ਹੁਣ ਤੁਸੀਂ ਸੁਣੋ। ਦੋਂ ਦਿਸ ਪਟ ਦੇਖਤ ਰਹੇ ਜਾਨੇ ਜੁਗ ਬਲ ਪੀਨ। ਦੋਹਾਂ ਪਾਸਿਆਂ ਦੀਆਂ ਸੈਨਾਵਾਂ ਦੇਖਦੀਆਂ ਰਹੀਆਂ, ਕਿਵੇਂ ਪੈਂਦੇ ਖਾਨ ਵਾਰ ਕਰਦਾ ਰਿਹਾ ਤੇ ਮਹਾਰਾਜ ਮੁਸਕਰਾ ਕੇ ਉਹਦੇ ਵਾਰ ਤੋਂ ਆਪਣੇ ਆਪ ਨੂੰ ਬਚਾਉਂਦੇ ਤੇ ਫਿਰ ਜੋ ਵਾਰ ਮਹਾਰਾਜ ਨੇ ਕੀਤਾ, ਇਹ ਸਾਰਾ ਪ੍ਰਸੰਗ ਭਾਈ ਸਾਹਿਬ ਜੀ ਕਹਿੰਦੇ ਨੇ ਅਗਲੇ ਅਧਿਆਏ ਵਿੱਚ ਮੈਂ ਤੁਹਾਨੂੰ ਸਰਵਣ ਕਰਾਵਾਂਗਾ। 2 ਪੰਕਤੀਆਂ ਹੋਰ ਸਰਵਣ ਕਰੀਏ। ਦੋਹਰਾ ਖਰੇ ਗੁਰੂ ਏ ਕਲ ਪਿਖੇ ਚਿਤ ਕੀ ਚੌਂਪ ਵਧਾਏ। ਜਦੋਂ ਇੱਕ ਪਾਸੇ ਇਕੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੜੇ ਦੇਖਿਆ ਪੈਂਦੇ ਖਾਨ ਨੇ ਤੇ ਬੜਾ ਚਾਹ ਚੜਿਆ ਵੀ ਲੈ ਮੇਰਾ ਕੰਮ ਤਾਂ ਸੌਖਾ ਹੀ ਬਣ ਗਿਆ ਹੈ। ਖਾਨ ਹੈ ਚਪਲ ਕੋ ਪ੍ਰੇਰਿਓ ਚਲਿਓ ਫੰਦਾਏ। ਬੜਾ ਤੇਜ਼ ਘੋੜਾ ਸੀ, ਵਾਵਰੋਲੇ ਵਰਗਾ ਇਹਦੇ ਕੋਲ, ਬੜਾ ਤੇਜ਼ ਚੱਲਣ ਵਾਲਾ। ਉਹਨੂੰ ਪ੍ਰੇਰਿਆ ਤੇ ਉਸ ਨੂੰ ਕੁਦਾਉਂਦਾ ਹੋਇਆ ਮਹਾਰਾਜ ਵੱਲ ਨੂੰ ਆਇਆ ਹੈ। ਸਾਵਲ ਛੰਦ ਪਿਖੈ ਸੈਨ ਦੋ ਲਖੈ ਜੰਗ ਹੋ। ਦੋਹਾਂ ਪਾਸਿਆਂ ਦੀਆਂ ਸੈਨਾਵਾਂ ਦੇਖ ਰਹੀਆਂ ਨੇ ਵੀ ਹੁਣ ਭਿਆਨਕ ਜੰਗ ਹੋਣ ਵਾਲਾ। ਇੱਕ ਪਾਸੇ ਆਪਣੀ ਸੈਨਾ ਦਾ ਸਭ ਤੋਂ ਮਹਾਬਲੀ ਪੈਂਦੇ ਖਾਨ ਹੈ ਤੇ ਇੱਕ ਪਾਸੇ ਤਿੰਨਾਂ ਲੋਕਾਂ ਦੇ ਸਭ ਤੋਂ ਮਹਾਬਲੀ ਬਹਾਦਰ ਸੂਰਮੇ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪੈਂਦੇ ਖਾਨ ਆਮਣੇ ਸਾਹਮਣੇ ਹਨ। ਹੁਣ ਇਹ ਸਾਰੇ ਜੰਗ ਦਾ ਜੋ ਪ੍ਰਸੰਗ ਹੈ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਕੱਲ੍ਹ ਆਪ ਸਰਵਣ ਕਰੋਗੇ, ਗੁਰੂ ਸਾਹਿਬ ਮਿਹਰਾਂ ਕਰ ਦੇਣ, ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦੇਣ। ਆਉਣ ਵਾਲੀ 7, 8, 9 ਜਨਵਰੀ ਨੂੰ ਸਾਹਿਬ ਕਮਾਲ ਮਹਿਮਾ ਦੇ ਮਾਲਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਪੋਹ ਸੁਦੀ 7ਵੀਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤ ਵਿੱਚ ਤਸ਼ਰੀਫ ਫਰਮਾ ਨੇ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਮੁੱਖ ਸੇਵਾਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਉਹਨਾਂ ਦੀ ਬਣਾਈ ਹੋਈ ਵਿਉਂਤ ਮੁਤਾਬਕ ਸਰਦਾਰ ਇੰਦਰਜੀਤ ਸਿੰਘ ਜੀ ਜਨਰਲ ਸਕੱਤਰ ਟਾਟਾ ਨਗਰ ਵਾਲੇ, ਭਾਈ ਹਰਬੰਸ ਸਿੰਘ ਜੀ ਖਨੂਜਾ ਆਦਿਕ ਸਾਰੇ ਅਹੁਦੇਦਾਰਾਂ ਮੈਂਬਰ ਸਾਹਿਬਾਨ ਮਿਲ ਕੇ ਔਰ ਪਟਨਾ ਸਾਹਿਬ ਦੀਆਂ ਸੰਗਤਾਂ ਮਿਲ ਕੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਸੰਗਤਾਂ ਦੇ ਸਤਿਕਾਰ ਲਈ ਆਪਣੇ ਆਪ ਨੂੰ ਤਿਆਰ ਕਰ ਰਹੀਆਂ ਹਨ। ਆਪ ਸਾਰਿਆਂ ਨੇ ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਜਿੱਥੋਂ ਤੱਕ ਆਪ ਸਰਵਣ ਕਰ ਰਹੇ ਹੋ, ਇਹ ਪੋਹ ਸੁਦੀ 7ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਦਿਵਸ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਵੱਡੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਵਾਸਤੇ ਵੱਧ ਚੜ ਕੇ ਪਟਨਾ ਸਾਹਿਬ ਪਹੁੰਚੋ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।